ऑन एयर देख रहे सारे दर्शकों का स्वागत है। हर रोज की तरह अज फिर असी तुहाडे रूबरू हो चुके हैं लैके तुहाडा प्रोग्राम सांझ सवेर। मेरे नाल मौजूद ने कवलजीत सिद्धू जी। सिद्धू सर सत श्री अकाल। सत श्री अकाल की हाल चाल? बिल्कुल चढ़दी कला जी एन तैयार बर तैयार हमेशा की तरह सांझ सवेर लैके आए हैं और कह सकते हैं कि एक शेर के नाल ही शुरुआत मैं करदा है कि ਕਿਹਾ ਜਾਂਦਾ है कि चिट्टे चानण दा दुध डुੱਲਿਆ ਤੇ मटकी भज्जी हनेरे दी ਛੱਡ ਹਕਾਇਤਾਂ ਰਾਤ ਦੀਆਂ ਕੋਈ ਗੱਲ ਕਰ ਨਵੇਂ ਸਵੇਰੇ ਦੀ। ਯਾਰ ਨਵੇਂ ਸਵੇਰੇ ਦੇ ਵਿੱਚ ਸਾਂ ਸਵੇਰ ਨਾਲ ਹਾਜ਼ਰਾਂ ਤਾਂ ਮੇਰਾ ਖਿਆਲ ਆ ਵੀ ਸ਼ੁਰੂ ਕਰੀਏ ਅੱਜ ਦੇ ਉਹਨਾਂ ਮੁੱਦਿਆਂ ਦੇ ਉੱਤੇ। ਨਾਲ ਹੀ ਗੱਲ ਕਰਾਂਗੇ ਕਿ ਕਹਿੰਦੇ ਆ ਕਿ ਸੱਚ ਨੂੰ ਕੋਈ ਦਬਾ ਨਹੀਂ ਸਕਦਾ, ਨਾ ਹੀ ਸੱਚ ਜ਼ਿਆਦਾ ਦੇਰ ਕੈਦ ਰਹਿ ਸਕਦਾ। ਸੱਚ ਨੂੰ ਕੈਦ ਦੇ ਵਿੱਚ ਰੱਖਣਾ ਬੜਾ ਹੀ ਮੁਸ਼ਕਿਲ ਹੈ ਕਿਉਂਕਿ ਉਸ ਨੂੰ ਉਸ ਦੇ ਨਾਲ ਜਿਹੜੇ ਹੋਰ ਚੀਜ਼ਾਂ ਹੁੰਦੀਆਂ ਨੇ ਬਹੁਤ ਉਬਾਲੇ ਮਾਰ ਮਾਰ ਕੇ ਬਾਹਰ ਆਉਂਦੀਆਂ ਨੇ। ਤੇ ਮਨਦੀਪ ਪੁਨੀਆ ਦੀ ਗੱਲ ਕਰੀਏ ਜਾਂ ਤਾਂ ਸੱਚ ਦੀ ਆਵਾਜ਼ ਨੂੰ ਪੁਲਿਸ ਆ ਜਿਹੜੀ ਉਹ ਆਪਣਾ ਦੋਗਲਾ ਚਿਹਰਾ ਦਿਖਾਉਂਦੇ ਹੋਏ ਛੁਪਾ ਨਹੀਂ ਸਕੀ। ਸੱਚ ਦੀ ਆਵਾਜ਼ ਆ ਜਿਹੜੀ ਉਹ ਨਿਕਲ ਕੇ ਅੱਜ ਬਾਹਰ ਆ ਚੁੱਕੀ ਆ। ਰੋਸ਼ਨੀ ਦੀਆਂ ਕਿਰਨਾਂ ਨੇ ਜਿਹੜੀਆਂ ਉਹ ਸਾਹਮਣੇ ਆ ਚੁੱਕੀਆਂ ਨੇ ਤੇ ਜਿਹੜਾ ਰਾਤ ਦੇ ਹਨੇਰੇ ਦੇ ਵਿੱਚ ਜਿਹੜਾ ਚੰਨ ਉੱਭਰ ਕੇ ਰਾਤ ਆਇਆ, ਮਤਲਬ ਕਿ ਮਨਦੀਪ ਪੁਨੀਆ ਤੇ ਪੱਤਰਕਾਰੀ ਆ ਜਿਹੜੀ ਉਸਦੀ ਸੱਚ ਦੀ ਕਲਮ ਆ ਜਿਹੜੀ ਉਸਨੂੰ ਜੇਲ੍ਹ ਵੀ ਨਹੀਂ ਰੋਕ ਸਕੀ। ਬਿਲਕੁਲ ਜੀ, ਵਲਗਣਾਂ ਦੇ ਵਿੱਚ ਜਿਹੜੀ ਸੱਚ ਹੈ ਇਹਨੂੰ ਨਹੀਂ ਲੁਕੋਇਆ ਜਾ ਸਕਦਾ। ਕੋਈ ਵੀ ਸੱਚ ਆ ਦੁਨੀਆ ਦਾ ਜਿੰਨਾ ਮਰਜ਼ੀ ਕੰਧਾਂ ਉਸਾਰ ਲਓ, ਸੱਚ ਜਿਹੜਾ ਹੈਗਾ ਆ ਖੁਸ਼ਬੂ ਦੀ ਤਰ੍ਹਾਂ ਬਾਹਰ ਆ ਜਾਂਦਾ। ਸੋ ਮਨਦੀਪ ਪੁਨੀਆ ਹੋਰੀ ਦੀ ਤੁਸੀਂ ਦੇਖਿਆ ਕਿ ਰਿਹਾਈ ਹੋ ਗਿਆ। ਅਦਾਲਤ ਨੇ ਫੈਸਲਾ ਦੇ ਦਿੱਤਾ ਸੀਗਾ ਕਿ ਕੁਝ ਵੀ ਇਸ ਤਰ੍ਹਾਂ ਦੇ ਮੁੱਦੇ ਜਿਹੜੇ ਆ ਉਹ ਪੁਲਿਸ ਨਹੀਂ ਪੇਸ਼ ਕਰ ਸਕੀ। ਸੋ ਮਨਦੀਪ ਪੁਨੀਆ ਦੇ ਹੱਕ ਦੇ ਵਿੱਚ ਗਏ। ਮਨਦੀਪ ਪੁਨੀਆ ਹੁਣੀ ਰਿਹਾ ਹੋ ਕੇ ਬਾਹਰ ਆਏ। ਵੱਡੇ ਪੱਧਰ ਤੇ ਇੱਕ ਸਹੀ ਉੱਥੇ ਜੋ ਪੱਖ ਸਾਹਮਣੇ ਉੱਭਰ ਕੇ ਆਇਆ ਕਿ ਦੇਖੋ ਪੱਤਰਕਾਰੀ ਇੱਕ ਇਹੋ ਜਿਹੀ ਚੀਜ਼ ਆ ਜਿੰਨਾ ਮਰਜ਼ੀ ਉਹਨੂੰ ਤੁਸੀਂ ਲੁਕੋ ਕੇ ਰੱਖਣ ਦੀ ਕੋਸ਼ਿਸ਼ ਕਰੋ, ਜਿੰਨਾ ਮਰਜ਼ੀ ਕਰੋ, ਪੱਤਰਕਾਰ ਆਪਣੀ ਉਸ ਵਕਾਰ ਦੇ ਉੱਤੇ, ਆਪਣੀ ਉਸ ਗੱਲ ਦੇ ਉੱਤੇ ਕੈਮਰੇ ਦਾ ਉਹ ਹਰ ਜਗ੍ਹਾ ਜਾ ਕੇ ਸੱਚ ਦੀ ਗੱਲ ਕਰੂਗਾ। ਮਨਦੀਪ ਪੁਨੀਆ ਹੋਰੀ ਜਦੋਂ ਅੰਦਰ ਗਏ ਆ ਉੱਥੇ ਜਾ ਕੇ ਜੋ ਕੁਝ ਵੀ ਹੋਇਆ ਉਹ ਤਾਂ ਧੰਨਵਾਦ ਕਰਦੇ ਆ, ਬਾਹਰ ਆ ਕੇ ਉਹ ਧੰਨਵਾਦ ਕਰਦੇ ਆ। ਉਹਨਾਂ ਨੇ ਕਿਹਾ ਇਸ ਮਾਮਲੇ ਦੇ ਉੱਤੇ ਵੀ ਦੇਖੋ ਮੈਨੂੰ ਇਹ ਵਧੀਆ ਹੋ ਗਿਆ ਕਿਸੇ ਤਰੀਕੇ ਨਾਲ ਲਗਾਏ ਅੰਦਰ, ਮੈਨੂੰ ਘੱਟੋ ਘੱਟ ਅੰਦਰ ਜਾ ਕੇ ਤਿਹਾੜ ਜੇਲ੍ਹ ਦੀ ਪੱਤਰਕਾਰੀ ਕਰਨ ਦਾ ਮੌਕਾ ਮਿਲਿਆ। ਉਹਨਾਂ ਨੇ ਇੱਕ ਨਾਰਾ ਵੀ ਦਿੱਤਾ ਸਿੱਧੂ ਜੀ, ਉਹਨਾਂ ਨੇ ਇੱਕ ਨਾਰਾ ਵੀ ਦਿੱਤਾ ਕਿ ਆਈ ਐਮ ਰਿਪੋਰਟਿੰਗ ਫਰੋਮ ਤਿਹਾੜ। ਉਹਨਾਂ ਨੇ ਕਿਹਾ ਕਿ ਮੈਂ ਬਾਹਰ ਜਾ ਕੇ ਜ਼ਰੂਰ ਲਿਖੂੰਗਾ ਇਸ ਜਿਹੜੀਆਂ ਮੈਂ ਲੱਤਾਂ ਤੇ ਆਪਣੇ ਕਿਸਾਨਾਂ ਦੀਆਂ ਗੱਲਾਂ ਜਦੋਂ ਮੈਂ ਉਹਨਾਂ ਨੂੰ ਮਿਲਿਆ ਉਹ ਲਿਖੀਆਂ। ਜਿਹੜੀ ਪੁਲਿਸ ਦੀ ਕਾਲੀ ਕਰਤੂਤ ਆ ਉਹ ਮੈਂ ਆਪਣੀ ਲੱਤਾਂ ਤੇ ਲਿਖ ਕੇ ਲੈ ਕੇ ਆਇਆ ਤੇ ਮੈਂ ਉਸ ਤੋਂ ਬਾਹਰ ਹੁਣ ਜਾ ਕੇ ਸਵੇਰੇ ਜ਼ਰੂਰ ਇਹ ਗੱਲ ਲਿਖੂੰਗਾ ਕਿ ਆਈ ਐਮ ਰਿਪੋਰਟਿੰਗ ਫਰੋਮ ਤਿਹਾੜ ਜੇਲ੍ਹ। ਮਤਲਬ ਕਿ ਤਿਹਾੜ ਜੇਲ੍ਹ ਦੀਆਂ ਜਿਹੜੀਆਂ ਲੋਹੇ ਦੀਆਂ ਸਲਾਖਾਂ ਸੀਗੀਆਂ ਉਹ ਵੀ ਪੁਨੀਆ ਦੀ ਪੱਤਰਕਾਰੀ ਨੂੰ ਨਹੀਂ ਰੋਕ ਸਕੀਆਂ ਜੀ, ਬਿਲਕੁਲ ਨਹੀਂ ਰੋਕ ਸਕੀਆਂ। ਔਰ ਉਹਨਾਂ ਨੇ ਆਪਣੀ ਦੇ ਉੱਤੇ ਲਿਖ ਕੇ ਲਿਆਇਆ ਕਿ ਅੰਦਰ ਕੀ ਕੁਝ ਹੋ ਰਿਹਾ, ਕਿਸ ਤਰੀਕੇ ਦਾ ਜੋ ਅੰਦਰ ਕਾਰਵਾਈਆਂ ਚੱਲਦੀਆਂ ਪਈਆਂ ਨੇ ਔਰ ਪੁਲਿਸ ਦੀਆਂ ਕਾਫੀ ਗਤੀਵਿਧੀਆਂ ਜਿਹੜੀਆਂ ਨੇ ਉਹਨਾਂ ਦੇ ਬਾਰੇ ਉਹ ਗੱਲ ਕੀਤੀ ਔਰ ਹੁਣ ਉਹ ਸਾਹਮਣੇ ਇਨਕਸ਼ਾਫ ਕਰਨਗੇ ਇਹਨਾਂ ਦਿਨਾਂ ਦੇ ਵਿੱਚ ਔਰ ਲੱਗੂਗਾ ਪਤਾ ਵੀ ਆਹ ਕੁਝ ਉਹ ਅੰਦਰ ਹੋਇਆ। ਸੋ ਇੱਕ ਕਿਸਾਨੀ ਪੱਖ ਦੀ ਗੱਲ ਵਾਰ-ਵਾਰ ਉਹ ਇਹ ਕਹਿ ਰਹੇ ਆ ਕਿ ਜਿਹੜੇ ਖੇਤੀ ਅੰਦੋਲਨ ਦੇ ਲਈ ਲਗਾਤਾਰ ਕਿਸਾਨ ਡਟੇ ਹੋਏ ਆ, ਮੈਂ ਉਹਨਾਂ ਦੇ ਹੱਕ ਸੱਚ ਦੀ ਗੱਲ ਕਰਦਾ ਸੀ ਔਰ ਉਹ ਹੱਕ ਸੱਚ ਦੀ ਗੱਲ ਨੂੰ ਹੀ ਲੈ ਕੇ ਪੁਲਿਸ ਨੇ ਉਹਨਾਂ ਨੂੰ ਅਰੈਸਟ ਕੀਤਾ ਸੀ ਔਰ ਉਹਨਾਂ ਨੂੰ ਅੰਦਰ ਜਿਹੜਾ ਉਹਨਾਂ ਤੇ ਤਸ਼ੱਦਦ ਵੀ ਹੋਇਆ। ਉਹਨਾਂ ਨੇ ਕਿਹਾ ਕਿ ਉਹ ਵੇਖੋ ਹੈਰਾਨੀ ਦੀ ਗੱਲ ਆ ਕਿ ਉਹਨਾਂ ਲੱਤਾਂ ਦੇ ਉੱਤੇ ਜਿਨ੍ਹਾਂ ਦੇ ਉੱਤੇ ਪੁਲਿਸ ਨੇ ਕੁੱਟਮਾਰ ਕੀਤੀ ਆ, ਕੁੱਟਮਾਰ ਕਰਨ ਤੋਂ ਬਾਅਦ ਹੁਣ ਇਹ ਸਾਹਮਣੇ ਆਇਆ ਕਿ ਮੈਂ ਉਹਨਾਂ ਲੱਤਾਂ ਤੇ ਲਿਖ ਕੇ ਲਿਜਾਣਾ ਕਿਉਂਕਿ ਮੈਂ ਪੀੜ ਚੱਲੀ ਆ ਔਰ ਉਹ ਕਿਸਾਨੀ ਅੰਦੋਲਨ ਦੀ ਮੈਨੂੰ ਪੀੜ ਸੀ ਤਾਂ ਮੈਂ ਉਹਨਾਂ ਦਾ ਸੱਚ ਬੋਲਦਾ ਸੀ ਔਰ ਸੱਚ ਬੋਲਣੋਂ ਨਹੀਂ ਹਟਣਾ। ਉਹਨਾਂ ਨੇ ਕਿਹਾ ਕਿ ਮੇਰੀ ਪੀੜ ਦੇ ਉੱਪਰ ਮੈਂ ਕਿਸਾਨਾਂ ਦੀ ਪੀੜ ਲਿਖੀ ਆ, ਜਿਹੜੀ ਕਿਸਾਨਾਂ ਨੇ ਮੇਰੇ ਨਾਲ ਦਰਦ ਆ ਜਿਹੜੇ ਉੱਥੇ ਬਹਿ ਕੇ ਸ਼ੇਅਰ ਕੀਤੇ, ਮੈਂ ਉਹ ਦਰਦ ਜਿਹੜੇ ਆ ਆਪਣੇ ਦਰਦਾਂ ਦੇ ਉੱਪਰ ਲਿਖਿਆ ਤਾਂ ਕਿ ਜਿਹੜੇ ਦਰਦ ਮਿਲ ਕੇ ਆ ਉਹ ਇੱਕ ਹੋ ਜਾਣ ਤੇ ਉਸ ਦੀ ਤਕਲੀਫ ਆ ਜਿਹੜੀ ਦੋਵਾਂ ਚੋਂ ਕਿਸੇ ਨੂੰ ਵੀ ਨਾ ਹੋਵੇ। ਤੇ ਬਹੁਤ ਵੱਡੀ ਗੱਲ ਹੈ ਕਿ ਅਦਾਲਤ ਦੇ ਵੱਲੋਂ ਵੀ ਉਹਨਾਂ ਨੇ ਅਦਾਲਤ ਦਾ ਵੀ ਬਾਹਰ ਆ ਕੇ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਮੈਨੂੰ ਸੰਵਿਧਾਨ ਤੇ ਜਿਹੜੇ ਸਾਡੇ ਤੇ ਜਿਹੜਾ ਵਿਸ਼ਵਾਸ ਆ, ਸਾਡੇ ਕਾਨੂੰਨ ਤੇ ਵਿਸ਼ਵਾਸ ਆ ਕਿ ਕਿਤੇ ਨਾ ਕਿਤੇ ਚਾਹੇ ਨਿਕਲ ਕੇ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ ਫਿਰ ਵੀ ਇਨਸਾਫ ਆ ਜਿਹੜਾ ਉਹ ਜ਼ਰੂਰ ਮਿਲਦਾ ਤੇ ਸੱਚ ਨੂੰ ਦਬਾਇਆ ਨਹੀਂ ਜਾ ਸਕਦਾ। ਤੁਸੀਂ ਵੀ ਜਿਹੜੀਆਂ ਇਹ ਚੀਜ਼ਾਂ ਨੇ ਕਿਉਂਕਿ ਜਦੋਂ ਵੀ ਉਹਨਾਂ ਨੇ ਇਹ ਵੀ ਕਿਹਾ ਕਿ ਪੱਤਰਕਾਰ ਜਿਹੜੇ ਅਸੀਂ ਪੱਤਰਕਾਰ ਭਾਈਚਾਰਾ ਜਿਹੜਾ ਹੈਗਾ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਗੱਲ ਕਰ ਰਿਹਾ ਤਾਂ ਕਿਸਾਨ ਆ ਜਿਹੜੇ ਉਹ ਸਾਡੇ ਨੇ ਤੇ ਅਸੀਂ ਉਹਨਾਂ ਦੇ ਆ ਤੇ ਅਸੀਂ ਉਹਨਾਂ ਦੇ ਹੱਕ ਦੀ ਆਵਾਜ਼ ਚੁੱਕਦੇ ਰਵਾਂਗੇ। ਸਰਕਾਰ ਚਾਹੇ ਸਾਨੂੰ ਜਿੰਨਾ ਮਰਜ਼ੀ ਦਬਾਉਣ ਦੀ ਕੋਸ਼ਿਸ਼ ਕਰੇ ਅਸੀਂ ਨਹੀਂ ਦਵਾਂਗੇ। ਅਸੀਂ ਸਾਹਮਣੇ ਆ ਕੇ ਡਟ ਕੇ ਉਹਨਾਂ ਦਾ ਮੁਕਾਬਲਾ ਕਰਕੇ ਹਰ ਇੱਕ ਸੱਚੀ ਗੱਲ ਆ ਜਿਹੜੀ ਲੋਕਾਂ ਦੇ ਸਾਹਮਣੇ ਰੱਖਾਂਗੇ। ਤੇ ਇਹ ਇੱਕ ਅੱਜ ਦਾ ਜਿਹੜਾ ਕਹਿ ਸਕਦੇ ਕਿ ਖੁਸ਼ੀ ਦੀ ਗੱਲ ਹੈ ਕਿ ਮਨਦੀਪ ਪੁਨੀਆ ਨੂੰ ਕਿਉਂਕਿ
ਸੁਤੰਤਰਤਾ ਨਾਲ ਪੱਤਰਕਾਰੀ ਕਰਨਾ ਸੁਤੰਤਰਤਾ ਦਾ ਚੌਥਾ ਥੰਮ ਮੰਨਿਆ ਜਾਂਦਾ ਮੀਡੀਆ ਬਿਲਕੁਲ। ਔਰ ਸਾਰੇ ਪੱਤਰਕਾਰ ਭਾਈਚਾਰੇ ਨੂੰ ਵੀ ਇਸ ਗੱਲ ਦੀਆਂ ਵਧਾਈਆਂ ਮੁਬਾਰਕਾਂ ਆ, ਕਿਉਂਕਿ ਦੇਖੋ ਗੱਲ ਜਦੋਂ ਮੀਡੀਆ ਦੀ ਹੋ ਰਹੀ ਸੀ ਤੇ ਇੱਕ ਵਾਰੀ ਇਹ ਹੋ ਗਿਆ ਕਿ ਮੀਡੀਆ ਨੂੰ ਦਬਾਇਆ ਜਾ ਰਿਹਾ, ਦੂਜੇ ਪਾਸੇ ਅਸੀਂ ਇਹ ਦੇਖਦੇ ਹਾਂ ਕਿ ਹੁਣ ਸਰਹੱਦਾਂ ਦੇ ਉੱਤੇ ਪੁਲਿਸ ਨੂੰ ਜਦੋਂ ਹੋਰ ਨਹੀਂ ਕੋਈ ਗੱਲ ਲੱਭੀ ਤੇ ਕੁਝ ਹਰਕਤਾਂ ਕਰਨੀਆਂ ਸ਼ੁਰੂ ਕਰਦੀਆਂ, ਸਿਰਫ ਨੈਸ਼ਨਲ ਮੀਡੀਆ ਦੇ ਕੁਝ ਪੱਤਰਕਾਰਾਂ ਨੂੰ ਹੀ ਉੱਥੇ ਆਉਣ ਦੀ ਗੱਲ ਉਹਨੇ ਕੀਤੀ ਹੈ ਵੀ ਉਹੀ ਕਵਰੇਜ ਕਰ ਸਕਦੇ ਆ, ਬਾਕੀ ਮੀਡੀਆ ਨੂੰ ਰੋਕਿਆ ਜਾ ਸਕਦਾ। ਪੁਲਿਸ ਤੇ ਕੇਂਦਰ ਹਕੂਮਤ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ, ਮੀਡੀਆ ਦਾ ਜਿਹੜਾ ਹੈਗਾ ਰਾਹ ਨਹੀਂ ਡੱਕਿਆ ਜਾ ਸਕਦਾ। ਮੀਡੀਆ ਤਾਂ ਇਸ ਤਰੀਕੇ ਦਾ ਹੈ ਕਿ ਹਵਾ ਦੇ ਜ਼ਰੀਏ ਵੀ ਗੱਲ ਖਿੱਚਣੀ ਜਾਣਦਾ ਹੈ, ਔਰ ਸਾਰੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਸਰਕਾਰ ਦੀਆਂ ਸਫਲ ਹੋ ਰਹੀਆਂ। ਪਰ ਨਾਲ ਨਾਲ ਜੁੜਦੀ ਗੱਲ ਅਸੀਂ ਵੀ ਇਹ ਵੀ ਕਰ ਲਈਏ ਕਿ ਹੁਣ ਕੱਲ ਇੱਕ ਹੋਰ ਵੱਡਾ ਮੁੱਦਾ ਸੁਪਰੀਮ ਕੋਰਟ ਦਾ ਵੀ ਸਾਹਮਣੇ ਆਇਆ। ਸੁਪਰੀਮ ਕੋਰਟ ਤੋਂ ਇੱਕ ਵਾਰੀ ਫਿਰ ਕੇਂਦਰੀ ਹਕੂਮਤ ਨੂੰ ਮੂੰਹ ਦੀ ਖਾਣੀ ਪਈ ਆ, ਔਰ ਮੂੰਹ ਦੀ ਖਾਣੀ ਇਸ ਕਰਕੇ ਪੈ ਗਈ ਆ, ਦੇਖਣ 'ਚ ਇਹ ਆਇਆ ਕਿ ਜਿਸ ਤਰੀਕੇ ਨਾਲ ਪਹਿਲਾਂ ਟਰੈਕਟਰ ਰੈਲੀ ਦੇ ਬਾਰੇ ਜਾਂ 26 ਜਨਵਰੀ ਦੇ ਬਾਰੇ ਗੱਲ ਕੀਤੀ ਸੀ, ਉਹਨੂੰ ਟਰੈਕਟਰ ਪਰੇਡ ਦੇ ਬਾਰੇ ਗੱਲ ਕੀਤੀ ਸੀ, ਪਰ ਸੁਪਰੀਮ ਕੋਰਟ ਨੇ ਹਵਾਲਾ ਇਸ ਗੱਲ ਦਾ ਦਿੱਤਾ ਕਿ ਮੋਦੀ ਹੋਣਾ ਦੀ ਜਿਹੜੀਆਂ ਆਪਣੀ ਗੱਲਬਾਤ ਸੀ ਸੁਪਰੀਮ ਕੋਰਟ ਨੇ ਉਸੇ ਨੂੰ ਹੀ ਕੈਚ ਕੀਤਾ। ਸੁਪਰੀਮ ਕੋਰਟ ਨੇ ਕਿਹਾ ਕਿ ਦੇਖੋ ਆਪ ਹੀ ਤਾਂ ਸਰਕਾਰ ਕਹੀ ਜਾਂਦੀ ਆ ਵੀ ਅਸੀਂ ਆਪਦੇ ਫੈਸਲੇ ਆਪ ਕਰਨੇ ਹੈਗੇ, ਆਪਦੇ ਫੈਸਲਿਆਂ ਦੀ ਗੱਲ ਸੁਣਾ ਰਹੀ ਸੀ, ਤੇ ਫਿਰ ਸੁਪਰੀਮ ਕੋਰਟ ਦੇ ਵਿੱਚ ਇਹ ਪਟੀਸ਼ਨਾਂ ਪਾਉਣ ਦੀ ਲੋੜ ਕੀ ਹੈ? ਆਪਦਾ ਮਜ਼ਾਕ ਆਪ ਸਰਕਾਰ ਉਡਾ ਰਹੀ ਹੈ। ਉਹਨਾਂ ਨੇ ਬਿਲਕੁਲ ਮਨਾ ਕਰ ਦਿੱਤਾ ਕਿ ਜਿਹੜੀਆਂ ਵੀ 26 ਤਰੀਕ ਨੂੰ ਘਟਨਾਵਾਂ ਹੋਈਆਂ ਨੇ ਉਸ ਦੇ ਵਿੱਚ ਸੁਪਰੀਮ ਕੋਰਟ ਆ ਜਿਹੜਾ ਬਿਲਕੁਲ ਵੀ ਦਖਲ ਅੰਦਾਜ਼ੀ ਨਹੀਂ ਕਰੇਗਾ, ਸੁਣਵਾਈ ਨਹੀਂ ਕਰੇਗਾ, ਕਿਉਂਕਿ ਇਹ ਜਿਹੜੀਆਂ ਸਾਰੀਆਂ ਘਟਨਾਵਾਂ ਹੋਈਆਂ ਨੇ ਇਹ ਉੱਥੇ ਦੀ ਪੁਲਿਸ ਦੇ ਸਾਹਮਣੇ ਹੋਈਆਂ ਨੇ, ਇਹ ਕੇਂਦਰ ਸਰਕਾਰ ਜਾਂ ਫਿਰ ਜਿਹੜੀ ਸਰਕਾਰ ਹੈ ਉਹ ਉਸ ਦੇ ਅੰਤਰਗਤ ਹੋਈਆਂ ਨੇ, ਕਿਉਂਕਿ ਸੁਰੱਖਿਆ ਜਿਹੜੀ ਆ ਉਹ ਸਰਕਾਰ ਦੇ ਅੰਡਰ ਆਉਂਦੀ ਹੈ ਤੇ ਸਰਕਾਰ ਦੇ ਹੁਕਮਾਂ ਤੇ ਹੀ ਜਿਹੜੀ ਸਾਡੀ ਕਾਨੂੰਨ ਆ ਜਾਂ ਫਿਰ ਸਾਡੀ ਪੁਲਿਸ ਆ ਉਹ ਕੰਮ ਕਰਦੀ ਹੈ। ਇਸ ਕਰਕੇ ਸੁਪਰੀਮ ਕੋਰਟ ਨੇ ਸਾਫ਼-ਸਾਫ਼ ਨਾ ਕਰ ਦਿੱਤੀ ਆ, ਕੋਰੀ ਨਾ ਕਰ ਦਿੱਤੀ ਆ ਕਿ ਮੈਂ ਇਸ ਜਿਹੜਾ ਸੁਪਰੀਮ ਕੋਰਟ ਆ ਇਸ ਮਾਮਲੇ ਦੇ ਵਿੱਚ ਅਸੀਂ ਦਖਲ ਅੰਦਾਜ਼ੀ ਆ ਜਿਹੜੀ ਉਹ ਨਹੀਂ ਕਰਾਂਗੇ। ਇਹ ਦੂਜੀ ਵਾਰੀ ਹੋ ਚੁੱਕਿਆ ਕਿ ਸੁਪਰੀਮ ਕੋਰਟ ਜਿਹੜੀ ਆ ਉਹਨੇ ਮਨਾ ਕਰ ਦਿੱਤਾ ਹੈਗਾ, ਇਸ ਕਰਕੇ ਸਰਕਾਰ ਜਿਹੜੀ ਆ ਇੱਥੇ ਛਿੱਥੀ ਪੈ ਗਈ ਆ, ਸਰਕਾਰ ਨੂੰ ਆਪਣੀ ਹੀ ਗੱਲ ਦੇ ਵਿੱਚ ਆਪ ਹੀ ਜਿਹੜੀ ਆ ਉਹ ਫੜੀ ਗਈ ਹੈ ਸਰਕਾਰ। ਇਸ ਕਰਕੇ ਸੁਪਰੀਮ ਕੋਰਟ ਹੁਣ ਇਸ ਮਾਮਲੇ ਵਿੱਚ ਦਖਲ ਨਹੀਂ ਦੇ ਕੇ ਕਿਸਾਨਾਂ ਦਾ ਪੱਖ ਪੂਰਿਆ। ਹਿੰਸਾ ਦੇ ਮਾਮਲੇ ਉੱਤੇ ਜਿਹੜੀ ਸਰਕਾਰ ਦੀਆਂ ਚਾਲਾਂ ਸੀ ਉਹ ਬਿਲਕੁਲ ਅਸਫਲ ਹੋ ਰਹੀਆਂ, ਔਰ ਦੂਸਰੇ ਪਾਸੇ ਹੋਰ ਵੀ ਗੱਲਾਂ ਜੋ ਨਿਕਲ ਕੇ ਆਈਆਂ ਉਹ ਇਹ ਹੈ ਕਿ ਪੁਲਿਸ ਦੀਆਂ ਕਰਤੂਤਾਂ ਜਗਜ਼ਾਹਰ ਹੋ ਰਹੀਆਂ, ਬਹੁਤ ਸਾਰੀਆਂ ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਹੋ ਰਹੀਆਂ, ਜਿਹਦੇ ਵਿੱਚ ਖਾਸ ਤੌਰ ਦੇ ਉੱਤੇ ਇਹ ਆਇਆ ਕਿ ਇੱਕ ਪਾਸੇ ਪੁਲਿਸ ਖੜੋਤੀ ਹੋਈ ਆ। ਹੁਣ ਤਾਂ ਨੈਸ਼ਨਲ ਮੀਡੀਆ ਨੇ ਵੀ, ਜਿਵੇਂ ਮੈਂ ਦੱਸਦਾ ਮੈਂ ਨਾਂ ਤਾਂ ਨਹੀਂ ਲੈਂਦਾ, ਪਰ ਨੈਸ਼ਨਲ ਮੀਡੀਆ ਦੀ ਕੱਲ ਇੱਕ ਰਿਪੋਰਟ ਸ਼ਾਇਆ ਹੋ ਰਹੀ ਸੀ ਜਿਹਦੇ ਵਿੱਚ ਦਿਖਾਇਆ ਜਾ ਰਿਹਾ ਸੀ ਕਿ ਜਦੋਂ ਹਿੰਸਾ ਹੋ ਰਹੀ ਸੀ ਇੱਕ ਪਾਸੇ ਪੁਲਿਸ ਜਿਹੜੇ ਆ ਬੈਰੀਕੇਡ ਲਾਏ ਆ, ਪੁਲਿਸ ਖੜੋਤੀ ਹੋਈ ਆ, ਦੂਜੇ ਪਾਸੇ ਕੁਝ ਜਿਹੜੇ ਸੀਗੇ ਹਿੰਸਾ ਕਰਨ ਵਾਲੇ ਇਸ ਤਰ੍ਹਾਂ ਦੇ ਅਨਸਰ ਸੀ ਉਹ ਫਟਾਫਟ ਉਹ ਕੀ ਕਰ ਰਹੇ ਸੀ, ਉਹ ਵੱਟੇ ਮਾਰ ਰਹੇ ਸੀ, ਉਹ ਇੱਟਾਂ ਰੋੜੇ ਜਿਹੜੇ ਸੀ ਚਲਾ ਰਹੇ ਸੀ, ਔਰ ਪੁਲਿਸ ਉੱਤੇ ਖੜੋਤੀ ਸੀ। ਇਸ ਤੋਂ ਪਤਾ ਲੱਗ ਰਿਹਾ ਕਿ ਜੋ 84 ਦੇ ਵਿੱਚ ਪੁਲਿਸ ਦੀ ਕਰਤੂਤ ਸੀ, ਜੋ 84 ਦੇ ਵਿੱਚ ਮੂਕ ਦਰਸ਼ਕ ਬਣ ਕੇ ਇੰਨਾ ਕਤਲੇਆਮ ਕਰਾਇਆ, ਉਹੀ ਕਰਤੂਤ 84 ਤੋਂ ਬਾਅਦ ਸਾਨੂੰ ਹੁਣ ਦੇਖਣ ਨੂੰ ਮਿਲ ਰਹੀ ਆ। ਇਸ ਕਰਕੇ ਕਹਿ ਸਕਦੇ ਆ ਕਿ ਦਿੱਲੀ ਪੁਲਿਸ ਦਾ ਜਿਹੜਾ ਕਿਰਦਾਰ ਹੈ ਉਹ ਬਹੁਤ ਮੰਦਾ ਹੋ ਗਿਆ। ਨਾਲ ਨਾਲ ਜੁੜਦੀ ਗੱਲ ਇਹ ਵੀ ਕਰ ਲਈਏ ਕਿ ਦਿੱਲੀ ਪੁਲਿਸ ਦੇ ਕਿਰਦਾਰ ਦੀ ਇੱਕ ਹੋਰ ਗੰਦੀ ਕਰਤੂਤ ਸਾਹਮਣੇ ਆਈ ਹੈ ਸਿੰਘੂ ਬਾਰਡਰ ਤੋਂ। ਐਡੀ ਗੰਦੀ ਕਰਤੂਤ ਆ ਕਿ ਅਸੀਂ ਦੋ ਜਣੇ ਸਵੇਰੇ ਬੈਠ ਕੇ ਸਾਨੂੰ ਆਪ ਸ਼ਰਮ ਆ ਰਹੀ ਹੈ ਕਿ ਤੁਹਾਡੇ ਨਾਲ ਗੱਲ ਕਰੀਏ ਜਾਂ ਨਾ ਕਰੀਏ, ਪਰ ਤੁਹਾਨੂੰ ਦੱਸਣਾ ਜ਼ਰੂਰੀ ਹੈ। ਦੱਸਣਾ ਜ਼ਰੂਰੀ ਜੀ, ਉਸ ਤਰ੍ਹਾਂ ਦੀਆਂ ਹਰਕਤਾਂ ਜਿਹੜੀਆਂ ਕਾਨੂੰਨ ਦੇ ਵੱਲੋਂ ਕੀਤੀਆਂ ਜਾਣ, ਜਿਹੜੀ ਸਾਡੀ ਸੁਰੱਖਿਆ ਦੇ ਲਈ ਹੀ ਕਾਨੂੰਨ ਬਣਾਇਆ ਗਿਆ, ਸਾਡੀ ਸੁਰੱਖਿਆ ਦੇ ਲਈ ਪੁਲਿਸ ਬਣਾਈ ਗਈ ਆ, ਭਾਵੇਂ ਉਹ ਪੁਲਿਸ ਦਿੱਲੀ ਪੁਲਿਸ ਆ, ਪੰਜਾਬ ਦੀ ਨਹੀਂ ਹੈਗੀ, ਪਰ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ, ਉਹਨਾਂ ਦਾ ਜਿਹੜਾ ਇੱਕ ਕਹਿ ਸਕਦੇ ਆ ਨਾ ਕਿ ਜਿਹੜੀ ਭਾਵੇਂ ਪੁਲਿਸ ਦਿੱਲੀ ਦੀ ਹੋਵੇ ਭਾਵੇਂ ਪੰਜਾਬ ਦੀ ਹੋਵੇ, ਸੁਰੱਖਿਆ ਦੋਵਾਂ ਦਾ ਕਰਨਾ ਫਰਜ਼ ਬਣਦਾ। ਪਰ ਜਦੋਂ ਉਹੀ ਪੁਲਿਸ ਇੰਨੀਆਂ ਘਟੀਆ ਕਰਤੂਤਾਂ ਤੇ ਜਿਹੜੀ ਉੱਤਰ ਆਵੇ ਤਾਂ ਫਿਰ ਜਿਹੜੀ ਅਸੀਂ ਖੁਦ ਇਨਸਾਨੀਅਤ ਆ ਜਿਹੜੀ ਉਹ ਸ਼ਰਮਸਾਰ ਹੋ ਜਾਂਦੀ ਆ, ਖਾਕੀ ਜਿਹੜੀ ਉਹ ਦਾਗਦਾਰ ਹੋ ਜਾਂਦੀ ਆ। ਇੱਥੇ ਸ਼ਰਮਸਾਰ ਜਿਹੜੀ ਗੱਲ ਸੀ ਉਹ ਸ਼ਰਮਸਾਰ ਪੁਲਿਸ ਆ, ਪੁਲਿਸ ਨੂੰ ਸ਼ਰਮ ਆਉਣੀ ਚਾਹੀਦੀ ਆ। ਇਸ ਟਾਈਮ ਪੁਲਿਸ ਦਾ ਐਡਾ ਗੰਦਾ ਚਿਹਰਾ ਸਾਹਮਣੇ ਆ ਰਿਹਾ ਜਿਹਨੂੰ ਕਹਿ ਸਕਦੇ ਆ ਕਿ ਪੁਲਿਸ ਜਿਹੜੀ ਵਾਕਿਆ ਹੀ ਸੁਰੱਖਿਆ ਵਾਸਤੇ ਪੂਰੇ ਦੇਸ਼ ਦੀ ਪੁਲਿਸ ਲੱਗੀ ਹੋਈ ਆ, ਪਰ ਇਹਨਾਂ ਦਿਨਾਂ 'ਚ ਦਿੱਲੀ ਪੁਲਿਸ ਦਾ ਕਿਰਦਾਰ, ਚਾਹੇ ਅਸੀਂ ਫਿਰ ਮੈਂ ਗੱਲ ਕਰਾਂ ਕਿ 84 ਤੋਂ ਲੈ ਕੇ ਹੁਣ ਤੱਕ ਜੋ ਪੁਲਿਸ ਦਾ ਕਿਰਦਾਰ ਨਜ਼ਰ ਆ ਰਿਹਾ, ਇੱਕ ਪਾਸੇ ਪੁਲਿਸ ਸਫਾਈਆਂ ਦੇਣ ਲੱਗੀ ਪਈ ਆ, ਪਰ ਅੰਦਰਲੀਆਂ ਕਰਤੂਤਾਂ ਜੋ ਪੁਲਿਸ ਕਰ ਰਹੀ ਆ ਉਹ ਕਾਰਵਾਈ ਸਾਹਮਣੇ ਆਈ ਹੈ ਕਿ ਕੱਲ ਬੇਗੋਵਾਲ ਦਾ ਕਪੂਰਥਲੇ ਜ਼ਿਲ੍ਹੇ ਦਾ ਨੌਜਵਾਨ ਜਿਹੜਾ ਕਿ ਉੱਥੇ ਬਾਰਡਰ ਤੇ ਸੀ, ਸਿੰਘੂ ਬਾਰਡਰ ਤੇ, ਨਾਲ ਉਹਦੇ ਕੋਈ 45 ਸਾਲ ਦੇ ਬਜ਼ੁਰਗ ਸੀ, ਉਹਨਾਂ ਨੂੰ ਪੁਲਿਸ ਚੁੱਕ ਲੈਂਦੀ ਆ ਉੱਥੋਂ ਜਦੋਂ ਕਿ ਉਹ ਮੋਮਬੱਤੀਆਂ ਲੈਣ ਜਾਂਦੇ ਆ ਤੇ ਚੁੱਕ ਕੇ
ਉਹਨਾਂ ਨੂੰ ਲੈ ਜਾਂਦੀ ਆ ਨਰੇਲਾ ਥਾਣੇ ਦੀ ਗੱਲ ਆਈ। ਉਹ ਜਿਹੜੀਆਂ ਉੱਥੇ ਮੋਮਬੱਤੀਆਂ ਲੈਣ ਜਾਂਦੇ ਨੇ ਉਹ ਤਾਂ ਲੈਣ ਜਾਂਦੇ ਨੇ ਕਿਉਂਕਿ ਸਰਕਾਰ ਦੇ ਵੱਲੋਂ ਕੁਝ ਹੀ ਚੱਲੀ ਜਾਂਦੀ ਆ, ਉੱਥੇ ਦੀਆਂ ਲਾਈਟਾਂ ਜਿਹੜੀਆਂ, ਉੱਥੇ ਦੀ ਬਿਜਲੀ ਜਿਹੜੀ ਬੰਦ ਕਰ ਦਿੱਤੀ ਆ ਤਾਂ ਕਿ ਉੱਥੇ ਦੇ ਲੋਕਾਂ ਨੂੰ ਪਰੇਸ਼ਾਨੀ ਹੋਵੇ ਤੇ ਰਾਤ ਦੇ ਹਨੇਰੇ ਦੇ ਵਿੱਚ ਉਸ ਨੌਜਵਾਨ ਨੂੰ ਤੇ ਉਸ ਬਜ਼ੁਰਗ ਨੂੰ ਚੱਕ ਲਿਆ ਜਾਂਦਾ ਔਰ ਨੌਜਵਾਨ ਦੇ ਉੱਤੇ ਤਸ਼ੱਦਦ ਕੀਤਾ ਜਾਂਦਾ, ਬਜ਼ੁਰਗ ਦੇ ਉੱਤੇ ਅਣਮਨੁੱਖੀ ਤਸ਼ੱਦਦ ਕੀਤਾ ਜਾਂਦਾ, ਬਜ਼ੁਰਗ ਦੇ ਨਾਲ ਪੁਲਿਸੀਆਂ ਵੱਲੋਂ ਕੁਕਰਮ ਕੀਤਾ ਗਿਆ ਆ, ਜਿਹੜਾ ਮਤਲਬ ਇੰਨੀ ਸ਼ਰਮਨਾਕ ਘਟਨਾ ਹੈ ਕਿ ਅਸੀਂ ਉਹਦੇ ਬਾਰੇ ਚਰਚਾ ਕੀ ਕਰੀਏ। ਪਰ ਪੁਲਿਸ ਨੂੰ ਇਸ ਮਾਮਲੇ ਵਿੱਚ ਸ਼ਰਮ ਨਹੀਂ ਆ ਰਹੀ। ਲਾਹਨਤ ਹੈ ਪੂਰੇ ਇਸ ਦੇਸ਼ ਦੇ ਵਿੱਚ ਇਹੋ ਜੀ ਪੁਲਿਸ ਦੇ ਉੱਤੇ, ਖਾਸ ਤੌਰ ਤੇ ਦਿੱਲੀ ਪੁਲਿਸ ਨੂੰ ਲਾਹਨਤ ਹੈ ਜਿਨ੍ਹਾਂ ਨੇ ਐਡਾ ਗੰਦਾ ਕਾਰਾ ਕੀਤਾ ਹੈ। ਇਸ ਟਾਈਮ ਮੋਦੀ ਹਕੂਮਤ ਨੂੰ ਇਹ ਦੇਖਣਾ ਚਾਹੀਦਾ ਹੈਗਾ, ਦਿੱਲੀ ਦੀ ਜਿਹੜੀ ਹੈਗੀ ਹਕੂਮਤ ਉਹਨੂੰ ਦੇਖਣਾ ਚਾਹੀਦਾ ਕਿ ਉੱਥੋਂ ਦੀ ਪੁਲਿਸ ਇਸ ਟਾਈਮ ਕਿਸਾਨਾਂ ਨਾਲ ਇਸ ਤਰੀਕੇ ਦਾ ਅਣਮਨੁੱਖੀ ਜਿਹੜੇ ਹੈਗਾ ਵਿਹਾਰ ਕਰ ਰਹੀ ਆ। ਔਰ ਹੁਣ ਅਣਮਨੁੱਖੀ ਵਿਹਾਰ ਦੀ ਗੱਲ ਕਰ ਲਈਏ ਤਾਂ ਕੀ ਦੇਸ਼ ਦੇ ਵਿੱਚ ਸ਼ਾਂਤਮਈ ਅੰਦੋਲਨ ਕਰ ਰਹੇ ਧਰਤੀ ਪੁੱਤਰ ਅਗਰ ਬੈਠੇ ਆ ਤੇ ਕੀ ਉਹਨਾਂ ਦੇ ਉੱਤੇ ਇਸ ਤਰੀਕੇ ਤਸ਼ੱਦਦ ਕੀਤਾ ਜਾਊਗਾ? ਫਿਰ ਉਹਨਾਂ ਨੂੰ ਰਿਹਾ ਕੀਤਾ ਜਾਂਦਾ ਹੈ। ਰਿਹਾ ਕਰਨ ਤੋਂ ਬਾਅਦ ਪੁਲਿਸ ਪਾਣੀਪਤ ਤੱਕ ਉਹਨਾਂ ਦਾ ਪਿੱਛਾ ਕਰਦੀ ਆ। ਬੜੀ ਹੈਰਾਨੀ ਦੀ ਗੱਲ ਆ। ਗਿਆਸਪੁਰਾ ਸਾਹਿਬ ਨੇ ਇਸ ਬਾਰੇ ਵੀ ਜਾ ਕੇ ਪੜਚੋਲ ਕੀਤੀ ਕਿਉਂਕਿ ਉਹ ਮੁੰਡਾ ਜਿਹੜਾ ਸੀ ਉਹਨੂੰ ਆਪਦੇ ਪਿੰਡ ਲਿਆਂਦਾ ਹੈਗਾ, ਬਜ਼ੁਰਗ ਵੀ ਰਿਹਾ ਹੋਇਆ, ਪਰ ਬਜ਼ੁਰਗ ਨਾਲ ਜਿਹੜੀ ਇਹ ਘਟਨਾ ਹੋਈ ਆ ਉਹ ਕਿਸ ਤਰੀਕੇ ਸਾਹਮਣੇ ਆ ਕੇ ਇਸ ਨੂੰ ਦੱਸਣਗੇ। ਅਸੀਂ ਸੋਚ ਕੇ ਵੀ ਕੰਬ ਜਾਂਦੇ ਆ ਕਿ ਕੀ ਉਹਨਾਂ ਨੇ ਕੀਤਾ ਉਸ ਬਜ਼ੁਰਗ ਦੇ ਨਾਲ ਹੱਕ। ਸੋ ਪੁਲਿਸ ਦਾ ਜਿਹੜਾ ਅਕਸ ਹੈ ਘੱਟੋ ਘੱਟ ਉਹਦੇ ਉੱਤੇ ਧੱਬਾ ਲੱਗ ਚੁੱਕਿਆ। ਦਿੱਲੀ ਪੁਲਿਸ ਹੁਣ ਜਿੰਨਾ ਮਰਜ਼ੀ ਸੁਧਾਰੇ ਪਰ ਆਪਣਾ ਅਕਸ ਨਹੀਂ ਸੁਧਾਰ ਸਕਦੀ। ਜੀ ਨਾਲ ਹੀ ਗੱਲ ਕਰਾਂਗੇ ਕਿ ਦਿੱਲੀ ਪੁਲਿਸ ਦੀਆਂ ਜਿਹੜੀਆਂ ਦੋਗਲਾ ਜਿਹੜਾ ਸਾਹਮਣੇ ਆ ਰਿਹਾ ਉਹ ਤਾਂ ਆ ਹੀ ਰਿਹਾ, ਪਰ ਨਾਲ ਹੀ ਨਾਲ ਜਿਹੜੇ ਬਾਲੀਵੁੱਡ ਸਿਤਾਰੇ ਆ ਜਿਨ੍ਹਾਂ ਨੇ ਸਾਡੇ ਕਿਰਦਾਰ ਨਿਭਾ ਕੇ ਸਾਡੇ ਦੇਸ਼ ਦੇ ਸਾਡੇ ਪੰਜਾਬ ਦੇ ਸਿੱਖੀ ਦੀ ਦਸਤਾਰ ਬਣ ਕੇ ਇੰਨੇ ਪੈਸੇ ਕਮਾਏ ਆ, ਕਰੋੜਾਂ ਲੱਖਾਂ ਰੁਪਏ ਕਮਾਏ ਆ, ਉਹੀ ਅੱਜ ਸਾਡੇ ਜਿਹੜੇ ਲੋਕ ਅੱਜ ਇਹ ਪ੍ਰੋਪਗੈਂਡਾ ਦੱਸ ਰਹੇ ਆ, ਇਸ ਕਿਸਾਨ ਅੰਦੋਲਨ ਨੂੰ ਪ੍ਰੋਪਗੈਂਡਾ ਦੱਸ ਰਹੇ ਆ ਦੇਸ਼ ਦੇ ਖਿਲਾਫ। ਪਹਿਲਾਂ ਮੈਂ ਗੱਲ ਕਰਾਂਗੀ ਅਕਸ਼ੇ ਕੁਮਾਰ ਦੀ। ਅਕਸ਼ੇ ਕੁਮਾਰ ਨੇ ਜਿਹੜਾ ਟਵੀਟ ਕੀਤਾ ਹੈ ਕਿ ਜੀ ਦੇਖੋ ਜਿਹੜੀਆਂ ਗੱਲਾਂ ਨੇ ਕਿ ਕਿਸਾਨ ਸਾਡੇ ਦੇਸ਼ ਦਾ ਬਹੁਤ ਮਹੱਤਵਪੂਰਨ ਹਿੱਸਾ ਨੇ ਅਤੇ ਉਹਨਾਂ ਦੇ ਮਸਲਿਆਂ ਤੇ ਹੱਲ ਜਿਹੜੇ ਕੀਤੇ ਜਾ ਰਹੇ ਆ ਉਪਰਾਲੇ ਸਪਸ਼ਟ ਹਨ। ਆਓ ਇੱਕ ਮਿੱਤਰਪੂਰਨ ਅਤੇ ਮਤੇ ਦਾ ਸਮਰਥਨ ਕਰੀਏ। ਮਤਭੇਦ ਜਿਹੜੇ ਪੈਦਾ ਕਰਨ ਵਾਲੇ ਕਿਸੇ ਵੀ ਵਿਅਕਤੀ ਵੱਲ ਧਿਆਨ ਦੇਣ ਦੀ ਬਜਾਏ ਜਿਹੜੀ ਇਸ ਇੰਡੀਆ ਟੂਗੇਦਰ ਇੱਕ ਹੈਸ਼ਟੈਗ ਉਹ ਦੇ ਰਿਹਾ ਕਿ ਸਾਰੇ ਜਿੰਨੀਆਂ ਵੀ ਬਾਲੀਵੁੱਡ ਸਿਤਾਰਿਆਂ ਨੇ ਜਿਹੜੇ ਟਵੀਟ ਕੀਤੇ ਆ, ਪਰ ਫਿਰ ਵੀ ਉਹਨਾਂ ਨੇ ਸਾਰਿਆਂ ਨੇ ਹੀ, ਭਾਵੇਂ ਅਕਸ਼ੇ ਕੁਮਾਰ ਦੀ ਗੱਲ ਤੁਸੀਂ ਉਸ ਤੋਂ ਬਾਅਦ ਗੱਲ ਜ਼ਰੂਰ ਕਰਿਓ, ਪਰ ਇਹ ਸਾਰਿਆਂ ਨੇ ਸਰਕਾਰ ਦਾ ਪੱਖ ਪੂਰਿਆ। ਉਸ ਤੋਂ ਬਾਅਦ ਜਿਹੜਾ ਹੈਗਾ ਜੈਜੀ ਵੀ ਨੇ ਵੀ ਫਿਰ ਉਹਨਾਂ ਨੂੰ ਜਿਹੜਾ ਮੂੰਹ ਤੋੜ ਜਵਾਬ ਦਿੱਤਾ। ਨਾਲ ਹੀ ਨਾਲ ਜੈਜੀ ਵੀ ਦਾ ਟਵੀਟ ਵੀ ਤੁਹਾਨੂੰ ਪੜ੍ਹ ਕੇ ਦਿਖਾਣੇ ਆ। ਜੈਜੀ ਵੀ ਨੇ ਕਿਹਾ ਕਿ ਵਾਹ ਜੀ ਵਾਹ ਭਾਜੀ, ਹੁਣ ਟਵੀਟ ਕਰ ਰਹੇ ਹੋ 2 ਮਹੀਨਿਆਂ ਤੋਂ ਕਿਸਾਨ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਨੇ, ਧਰਨੇ ਤੇ ਬੈਠੇ ਨੇ, ਤੁਹਾਡੇ ਕੋਲ ਇੱਕ ਟਵੀਟ ਨਹੀਂ ਹੋਇਆ ਤੇ ਉੱਪਰੋਂ ਤੁਸੀਂ ਜੇ ਹੁਣ ਟਵੀਟ ਕਰ ਰਹੇ ਹੋ ਤਾਂ ਪ੍ਰੋਪਗੈਂਡਾ ਦੱਸ ਰਹੇ ਹੋ। ਉਹ ਕਹਿੰਦੇ ਕਿ ਸਿੰਘ ਇਜ਼ ਕਿੰਗ ਵਰਗੀਆਂ ਤੁਸੀਂ ਫਿਲਮਾਂ ਦੇ ਰੀਅਲ ਕਿੰਗ ਉਹ ਹੁੰਦੇ ਨੇ ਜਿਹੜੇ ਡਟ ਕੇ ਖੜ ਕੇ ਸਾਹਮਣੇ ਆਉਂਦੇ ਨੇ, ਅਜਿਹੇ ਨਹੀਂ ਜੋ ਫੇਕ ਹੁੰਦੇ ਨੇ। ਤੁਸੀਂ ਫੇਕ ਸਿੰਘ ਹੋ, ਤੁਸੀਂ ਅਸਲੀ ਸਿੰਘ ਨਹੀਂ ਹੋ। ਇਸ ਤਰ੍ਹਾਂ ਦੀਆਂ ਜਿਹੜੀਆਂ ਜਦੋਂ ਇਹ ਜਿਹੜੇ ਬਾਲੀਵੁੱਡ ਸਿਤਾਰੇ ਆ ਸਾਡੇ ਹੀ ਜਿਹੜੇ ਸਾਡੇ ਵੱਲੋਂ ਹੀ ਚਹੇਤੇ ਬਣਾਏ ਗਏ ਹੁੰਦੇ ਆ, ਪਰ ਹੁਣ ਸਾਨੂੰ ਹੀ ਕਿਸਾਨਾਂ ਨੂੰ ਹੀ ਉਹ ਦੱਸ ਰਹੇ ਕਿ ਪ੍ਰੋਪਗੈਂਡਾ ਲੈ ਕੇ ਬੈਠੇ ਹੋਏ ਨੇ। ਤੁਸੀਂ ਗੱਲ ਜਿਹੜੀ ਕਰ ਰਹੇ ਹੋ ਕਿ ਨਾਲ ਹੀ ਨਾਲ ਤੁਸੀਂ ਹੁਣ ਇਹ ਵੀ ਦੱਸੋ ਕਿ ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗੀ ਜਿਹੜਾ ਸੁਨੀਲ ਸੇਠੀ ਨੇ ਇੱਕ ਟਵੀਟ ਕੀਤਾ ਹੈ ਉਸ ਤੇ ਵੀ ਜੈਜੀਬੀ ਨੇ ਜਵਾਬ ਦਿੱਤਾ ਹੈ। ਬਿਲਕੁਲ ਜੀ ਬਿਲਕੁਲ। ਸੁਨੀਲ ਸੇਠੀ ਦਾ ਜਿਹੜਾ ਟਵੀਟ ਕੀਤਾ ਹੈ ਉਹਦੇ ਉੱਤੇ ਮੈਂ ਦੱਸ ਦਈਏ ਕਿ ਉਹ ਵਾਰੋ ਵਾਰੀ ਮੋਦੀ ਭਗਤ ਬਣੇ ਹੋਏ ਆ। ਲੱਗਦਾ ਸੀ ਪਿੱਛੇ ਜੇ ਅਕਸ਼ੇ ਕੁਮਾਰ ਹੋਣਾ ਨੇ ਮੋਦੀ ਹੋਰਾਂ ਦਾ ਇੰਟਰਵਿਊ ਲਿਆ ਜਿਹੜਾ ਅਸੀਂ ਸਾਰਿਆਂ ਨੇ ਦੇਖਿਆ, ਲੱਗਦਾ ਹੁਣ ਸਾਰਿਆਂ ਨੇ ਉਹ ਖੋਪੇ ਆਪਣੀਆਂ ਅੱਖਾਂ ਤੇ ਲਾ ਲਿਆ। ਸੁਨੀਲ ਸੇਠੀ ਕੀ ਕਹਿੰਦਾ ਕਿ ਸਾਨੂੰ ਚੀਜ਼ਾਂ ਬਾਰੇ ਹਮੇਸ਼ਾ ਵਿਆਪਕ ਨਜ਼ਰੀਆ ਰੱਖਣਾ ਚਾਹੀਦਾ ਕਿਉਂਕਿ ਅੱਧੇ ਸੱਚ ਨਾਲੋਂ ਖਤਰਨਾਕ ਕੁਝ ਨਹੀਂ ਹੈ। ਤਾਂ ਇਹ ਗੱਲ ਜਿਹੜੀ ਆ ਉਹ ਸੁਨੀਲ ਸੇਠੀ ਕਰ ਰਿਹਾ ਔਰ ਉੱਤੇ ਜੈਜੀ ਵੀ ਜਵਾਬ ਦਿੰਦੇ ਆ ਕਿ ਹੁਣ ਜੋ ਤੁਸੀਂ ਇਹਨੂੰ ਪ੍ਰੋਪਗੈਂਡਾ ਦੱਸਦੇ ਆ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ। 2 ਮਹੀਨਿਆਂ ਤੋਂ ਕਿਸਾਨ ਲਗਾਤਾਰ ਇੰਨੀ ਠੰਡ ਦੇ ਵਿੱਚ ਉੱਥੇ ਡਟੇ ਹੋਏ ਆ ਤੇ ਤੁਸੀਂ ਉਹਨਾਂ ਨੂੰ ਬਜਾਏ ਸਪੋਰਟ ਕਰਨ ਦੇ ਤੇ ਹੁਣ ਤੁਸੀਂ ਇਹਨੂੰ ਪ੍ਰੋਪਗੈਂਡਾ ਦੱਸਣਾ ਸ਼ੁਰੂ ਕਰਤਾ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਤੁਸੀਂ ਮਤਲਬ ਕਿਸ ਤਰ੍ਹਾਂ ਦੇ ਹੀਰੋ, ਤੁਸੀਂ ਫੇਕ ਹੀਰੋ ਆ, ਤੁਸੀਂ ਰੀਅਲ ਹੀਰੋ ਨਹੀਂ ਹੋ ਸਕਦੇ। ਜੀ ਨਾਲ ਹੀ ਗੱਲ ਕਰਦੇ ਅਜੇ ਦੇਵਗਨ ਦੀ। ਅਜੇ ਦੇਵਗਨ ਨੇ ਵੀ ਇੰਨੇ 2 ਮਹੀਨਿਆਂ ਤੋਂ ਚੁੱਪ ਬੈਠੇ ਬਾਲੀਵੁੱਡ ਜਿਹੜੇ ਇੱਕੋ ਦਮ ਟਵੀਟ ਕਰ ਰਹੇ ਨੇ। ਕਿਉਂ ਕਰ ਰਹੇ ਨੇ? ਕਿਉਂਕਿ ਕੌਮਾਂਤਰੀ ਪੱਧਰ ਤੇ ਇਸ ਜਿਹੜਾ ਪ੍ਰੋਟੈਸਟ ਆ, ਇਸ ਸੰਘਰਸ਼ ਦਾ, ਇਸ ਮੋਰਚੇ ਦਾ ਹੱਕ ਦੇ ਵਿੱਚ ਲੋਕ ਨਿੱਤਰ ਕੇ ਆਏ ਨੇ। ਵੱਡੀਆਂ ਹਸਤੀਆਂ ਨਿੱਤਰ ਕੇ ਸਾਹਮਣੇ ਆ, ਰਿਹਾਨਾ ਵਰਗੀਆਂ, ਮੀਆਂ ਖਲੀਫਾ ਵਰਗੀਆਂ
ਜਿਹੜੀਆਂ ਵੱਡੀਆਂ ਹਸਤੀਆਂ ਨੇ ਜਾਂ ਫਿਰ ਗੱਲ ਹੋਰ ਵੀ ਬਹੁਤ ਸਾਰੇ ਦੇਸ਼ ਵਿਦੇਸ਼ ਦੇ ਵਿੱਚ ਜਿਹੜੇ ਸਰਕਾਰਾਂ ਨੇ ਵੀ ਕਈਆਂ ਨੇ ਇਸ ਦੇ ਖਿਲਾਫ ਆ ਜਿਹੜੀ ਡਟ ਕੇ ਜਿਹੜੀ ਕਹਿ ਸਕਦੇ ਹਾਂ ਹਮਾਇਤ ਕੀਤੀ ਆ ਕਿਸਾਨਾਂ ਦੀ। ਪਰ ਨਾਲ ਹੀ ਹੁਣ ਜੇ ਮੈਂ ਅਜੇ ਦੇਵਗਨ ਦੀ ਗੱਲ ਕਰਾਂ ਤਾਂ ਅਜੇ ਦੇਵਗਨ ਨੇ ਵੀ ਇੱਕੋ ਹੀ ਗੱਲ ਲਿਖੀ ਆ, ਉਹਨਾਂ ਨੇ ਵੀ ਸੇਮ ਬੋਲੀ ਹੀ, ਭਾਵੇਂ ਸ਼ਬਦਾਂ ਨੂੰ ਬਦਲ ਦਿੱਤਾ ਗਿਆ ਪਰ ਉਹਨਾਂ ਨੇ ਵੀ ਅਕਸ਼ੇ ਕੁਮਾਰ ਦੀ ਹੀ ਬੋਲੀ ਬੋਲੀ ਆ। ਉਹਨਾਂ ਨੇ ਕਿਹਾ ਕਿ ਡੋਂਟ ਫਾਲ ਐਨੀ ਫਾਲਸ ਪ੍ਰੋਪੋਗੰਡਾ। ਦੇਖੋ ਪ੍ਰੋਪੋਗੰਡਾ ਸਾਰਿਆਂ ਨੇ ਸ਼ਬਦ ਯੂਜ਼ ਕੀਤਾ ਹੈ, ਕਿਉਂ ਕੀਤਾ ਹੈ? ਇਹ ਕੋਈ ਪ੍ਰੋਪੋਗੰਡਾ ਨਹੀਂ ਹੈਗਾ, ਇਹ ਸਾਡੇ ਹੱਕਾਂ ਦੀ ਲੜਾਈ ਆ, ਇਹ ਕਿਸਾਨਾਂ ਦੇ ਹੱਕਾਂ ਦੀ ਲੜਾਈ ਆ, ਇਹ ਪੰਜਾਬ ਦੀ ਜਿਹੜੀ ਹੱਕਾਂ ਦੀ ਲੜਾਈ ਆ, ਜ਼ਮੀਨ ਦੀ ਲੜਾਈ ਆ। ਤਾਂ ਫਿਰ ਜੈਜੀਪੀ ਨੇ ਉਹਨਾਂ ਨੂੰ ਵੀ ਮੋੜ ਕੇ ਜਵਾਬ ਦਿੱਤਾ। ਉਹਨਾਂ ਨੇ ਕਿਹਾ ਕਿ ਅੱਛਾ ਹੁਣ ਪ੍ਰੋਪੋਗੰਡਾ ਦੱਸ ਰਹੇ ਹੋ, ਜਿਹੜੇ ਤੇਰੇ ਜਿਹੜੇ 2 ਮਹੀਨੇ ਤੋਂ ਜਿਹੜੇ ਹੈਗੇ ਆ ਉੱਥੇ ਬੈਠੇ ਆ, ਦੱਸਿਆ ਨਹੀਂ ਤੈਨੂੰ ਜਿਹੜੇ ਹੈਗੇ ਆ ਉਹ ਪ੍ਰੋਪੋਗੰਡਾ ਨਹੀਂ ਹੈ। ਯੂ ਗਾਇਜ਼ ਸੋਲਡ, ਤੁਸੀਂ ਜਿਹੜੇ ਹੈਗੇ ਉਹ ਵਿਕ ਚੁੱਕੇ ਹੋ। ਸ਼ਰਮ ਮਤਲਬ ਤੁਹਾਨੂੰ ਸ਼ਰਮ ਆਣੀ ਚਾਹੀਦੀ ਆ ਪੰਜਾਬੀ ਕਹਿੰਦੇ ਹੋਏ, ਤੁਹਾਨੂੰ ਸ਼ਰਮ, ਸਾਨੂੰ ਸ਼ਰਮ ਆ ਰਹੀ ਹੈ ਕਿ ਤੁਸੀਂ ਪੰਜਾਬੀ ਹੋ, ਸਾਨੂੰ ਸ਼ਰਮ ਆ ਰਹੀ ਹੈ, ਤੁਸੀਂ ਫੇਕ ਹੀਰੋ ਸਾਰੇ। ਦੇਖੋ ਜੈਜੀਬੀ ਨੇ ਜਿਹੜੀਆਂ ਵੀ ਗੱਲਾਂ ਕਹੀਆਂ ਨੇ ਉਹ ਬਹੁਤ ਸੱਚ ਨੇ, ਕਿਉਂਕਿ ਇੱਕ ਸੱਚਾ ਹੀਰੋ ਉਹ ਹੁੰਦਾ ਜਿਹੜਾ ਜਦੋਂ ਤੁਹਾਡੇ ਦੇਸ਼ ਦੇ ਕੋਈ ਵੀ ਨਾਗਰਿਕ, ਤੁਹਾਡੇ ਦੇਸ਼ ਦਾ ਭਾਵੇਂ ਉਹ ਕਿਸਾਨ ਹੋਵੇ, ਭਾਵੇਂ ਫੌਜੀ ਹੋਵੇ, ਭਾਵੇਂ ਆਮ ਲੋਕ ਹੋਣ, ਜਦੋਂ ਉਹ ਮੁਸ਼ਕਿਲ ਦੇ ਵਿੱਚ ਹੁੰਦਾ ਹੈ ਤਾਂ ਉਸਦਾ ਡਟ ਕੇ ਜਿਹੜਾ ਸਾਥ ਦਿੰਦਾ, ਨਾਲ ਖੜਾ ਹੁੰਦਾ, ਰੀਅਲ ਹੀਰੋ ਉਹ ਹੈ। ਰੀਅਲ ਹੀਰੋ ਜੇ ਕਹੀਏ ਆਪਾਂ ਦਲਜੀਤ ਦੋਸਾਂਝ ਆ, ਜਿਹੜਾ ਸਿੱਧਾ ਕੈਨੇਡਾ ਤੋਂ ਜਾ ਕੇ ਸਿੰਘੂ ਬਾਰਡਰ ਵੱਜਿਆ ਤੇ ਉੱਥੇ ਜਾ ਕੇ ਕਿਸਾਨਾਂ ਦੇ ਹੱਕ ਦੇ ਵਿੱਚ ਖੜਿਆ, ਉਸ ਨੂੰ ਪੰਜਾਬ ਦਾ ਪੁੱਤ ਕਿਹਾ ਜਾ ਸਕਦਾ ਹੈ। ਔਰ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਜਿਹੜੇ ਸੀ ਕਲਾਕਾਰ ਸਾਡੇ ਉੱਥੇ ਬਾਰਡਰਾਂ ਦੇ ਉੱਤੇ ਪਹੁੰਚੇ, ਸਾਡੇ ਬਹੁਤ ਗਾਇਕ ਕਲਾਕਾਰ ਉੱਥੇ ਪਹੁੰਚੇ, ਉਹਨਾਂ ਨੇ ਕਿਸਾਨੀ ਅੰਦੋਲਨ ਦੀ ਹਮਾਇਤ ਹੀ ਨਹੀਂ ਕੀਤੀ, ਉੱਥੇ ਜਾ ਕੇ ਦਿਨ ਰਾਤ ਡਟੇ ਹੋਏ ਆ, ਲਗਾਤਾਰ ਡਟੇ ਹੋਏ। ਔਰ ਲਗਾਤਾਰ ਅਸੀਂ ਇਹ ਦੇਖ ਰਹੇ ਹਾਂ ਕਿ ਪਿਛਲੇ ਲੰਮੇ ਅਰਸੇ ਤੋਂ ਬਾਲੀਵੁੱਡ ਸਿਤਾਰਿਆਂ ਦੇ ਉੱਤੇ ਜਿਹੜੇ ਕਿ ਪੰਜਾਬ ਦੀ ਪਿੱਠ ਭੂਮੀ ਉੱਤੇ ਬਣਨ ਵਾਲੀਆਂ ਫਿਲਮਾਂ ਦੇ ਵਿੱਚੋਂ ਹੁਣ ਤੱਕ ਉਹ ਕਰੋੜਾਪਤੀ ਬਣੇ ਨੇ, ਖਾਂਦੇ ਨੇ ਪੰਜਾਬ ਦੇ ਨਾਂ ਦੇ ਉੱਤੇ, ਔਰ ਪੰਜਾਬ ਦੀ ਸਿੱਖੀ ਦੀ ਪੱਗ ਬੰਨ ਕੇ ਫਿਲਮਾਂ ਵਿੱਚ ਆਉਂਦੇ ਨੇ। ਨਕਲੀ ਹੀਰੋ ਨੇ, ਸਿੰਘ ਇਜ਼ ਕਿੰਗ ਕਹਾਉਂਦੇ ਨੇ, ਪਰ ਉਹ ਸਿੰਘ ਇਜ਼ ਕਿੰਗ ਜਿਹੜੇ ਨੇ ਉਹਨਾਂ ਦੀ ਜੋ ਕਰਤੂਤ ਸਾਹਮਣੇ ਆਈ ਆ ਉਹ ਹਾਲੇ ਵੀ ਇਸ ਨੂੰ ਪ੍ਰੋਪੇਗੈਂਡਾ ਦੱਸ ਰਹੇ ਨੇ, ਮੋਦੀ ਸਰਕਾਰ ਦੀ ਪਿੱਠ ਪੂਰ ਰਹੇ ਨੇ। ਦੂਜੇ ਪਾਸੇ ਮੈਂ ਗੱਲ ਕਰੂੰਗਾ ਅਕਸ਼ੇ ਕੁਮਾਰ ਔਰ ਕਰਨ ਜੌਹਰ ਨੇ ਵੀ ਗੱਲ ਕੀਤੀ ਸੀ, ਵੀ ਉਹ ਵੀ ਦੱਸੋ। ਕਰਨ ਜੌਹਰ ਦੀ ਜੇ ਗੱਲ ਕਰੀਏ ਤਾਂ ਕਰਨ ਜੌਹਰ ਨੇ ਵੀ ਇਹੀ ਗੱਲ ਕਹੀ ਆ। ਕਰਨ ਜੌਹਰ ਨੇ ਰਿਹਾਨਾ ਦੇ ਟਵੀਟ ਤੇ ਰੀਟਵੀਟ ਕਰਕੇ ਕਿਹਾ ਹੈ ਕਿ ਜਿਹੜਾ ਆਪਾਂ ਕਿਸੇ ਨੂੰ ਜਿਹੜੀ ਆਪਣੇ ਆਪ ਨੂੰ ਕਿਸੇ ਨੂੰ ਵੰਡਣ ਦੀ ਕੋਸ਼ਿਸ਼ ਜਿਹੜੀ ਉਸ ਦੇ ਵਿੱਚ ਕਾਮਯਾਬ ਨਾ ਹੋਣ ਦਈਏ। ਕਰਨ ਜੌਹਰ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ ਹੈ ਕਿ ਅਸੀਂ ਉਥਲ-ਪੁਥਲ ਭਰੇ ਸਮੇਂ ਦੇ ਵਿੱਚ ਰਹਿ ਰਹੇ ਹਾਂ ਅਤੇ ਇਸ ਮੌਕੇ ਸੰਯਮ ਬਣਾਏ ਰੱਖਣ ਦੀ ਜ਼ਰੂਰਤ ਹੈ। ਆਓ ਅਸੀਂ ਮਿਲ ਕੇ ਹਰ ਸੰਭਵ ਪ੍ਰਯਾਸ ਕਰੀਏ, ਅਸੀਂ ਸਾਰੇ ਸਾਵਧਾਨ ਜਿਹੜੀ ਸਮਾਧਾਨ ਇਸ ਚੀਜ਼ ਦਾ ਕੱਢੀਏ ਤੇ ਸਾਰੇ ਇੱਕੋ ਕੰਮ ਕਰੀਏ। ਕਿਸਾਨ ਆ ਜਿਹੜੇ ਭਾਰਤ ਦੀ ਰੀੜ੍ਹ ਦੀ ਹੱਡੀ ਨੇ, ਅਸੀਂ ਦੁੱਖ ਜਿਹੜੇ ਆ ਅਸੀਂ ਖੁਦ ਨੂੰ ਕਿਸੇ ਨੂੰ ਵੰਡਣ ਨਹੀਂ ਦਵਾਂਗੇ। ਮਤਲਬ ਕਿ ਉਹਨਾਂ ਦਾ ਕੌਮਾਂਤਰੀ ਪੱਧਰ ਤੇ ਜਿਹੜਾ ਕਿਸਾਨਾਂ ਦੇ ਪੱਖ ਦੇ ਵਿੱਚ ਹੱਕਾਂ ਦੀ ਗੱਲ ਹੋ ਰਹੀ ਆ ਉਹ ਮਤਲਬ ਜੇ ਕਹੀਏ ਕਿ ਚੋਰ ਮੋਰੀ ਦੇ ਵਿੱਚ ਉਹ ਗੱਲ ਕਰ ਰਹੇ ਨੇ ਕਿ ਅਸੀਂ ਉਹਨਾਂ ਨੂੰ ਬੋਲਣ ਨਾ ਦਈਏ, ਅਸੀਂ ਆਪਣੇ ਆਪ ਨੂੰ ਵੰਡ ਰਹੇ ਹਾਂ ਇੱਥੇ, ਪਰ ਜਦ ਕਿ ਅਸੀਂ ਵੰਡ ਨਹੀਂ ਰਹੇ, ਵੰਡ ਤਾਂ ਤੁਸੀਂ ਰਹੇ ਹੋ। ਇਹ ਚੀਜ਼ ਤੁਸੀਂ ਵੰਡ ਰਹੇ ਹੋ ਇੱਥੇ, ਬਲਕਿ ਜਿਹੜੇ ਕੌਮਾਂਤਰੀ ਪੱਧਰ ਤੇ ਜਿਹੜੀ ਆਵਾਜ਼ ਉੱਠੀ ਆ ਉਹ ਤਾਂ ਜੋੜਨ ਦੀ ਗੱਲ ਕਰ ਰਹੇ ਨੇ, ਉਹ ਤਾਂ ਕਰ ਰਹੇ ਨੇ ਕਿ ਸਾਨੂੰ ਇਸ ਬਾਰੇ ਗੱਲ ਕਰਨੀ ਚਾਹੀਦੀ ਆ, ਬਲਕਿ ਉਲਟਾ ਤੁਸੀਂ ਉਹਨਾਂ ਦੇ ਟਵੀਟ ਦਾ ਰੀਟਵੀਟ ਕਰਕੇ ਤੁਸੀਂ ਨੈਗੇਟਿਵਿਟੀ ਫੈਲਾ ਰਹੇ ਹੋ। ਕੰਗਨਾ ਰਣੌਤ ਜਿਹੜੀ ਦੇਖੋ ਉਸ ਇੱਕ ਇਹੋ ਜੀ ਮੈਨੂੰ ਲੱਗਦਾ ਹੈ ਕਿ ਮੈਨੂੰ ਸ਼ਾਇਦ ਨਹੀਂ ਕਹਿਣਾ ਚਾਹੀਦਾ ਕਿ ਕੁੜੀ ਹੋਣ ਦੇ ਨਾਤੇ, ਪਰ ਮੈਨੂੰ ਸ਼ਰਮ ਆਉਂਦੀ ਹੈ ਉਸਦੇ ਕੁੜੀ ਹੋਣ ਦੇ ਨਾਤੇ, ਕਿਉਂਕਿ ਉਸਦੀ ਸੋਚ ਆ ਜਿਹੜੀ ਉਹ ਬਹੁਤ ਜ਼ਿਆਦਾ ਡਿੱਗ ਚੁੱਕੀ ਆ। ਸੋਚ ਇੱਕ ਕੁੜੀ ਨੂੰ ਹੀ ਦੂਜੀ ਕੁੜੀ ਬੇਵਕੂਫ ਦੱਸ ਰਹੀ ਆ। ਦੇਖੋ ਸਭ ਤੋਂ ਵੱਡੀਆਂ ਗੱਲਾਂ ਇਹ ਜਿਹੜੀਆਂ ਨੇ ਇਹ ਨਿਕਲ ਕੇ ਸਾਹਮਣੇ ਆਉਂਦੀ। ਔਰ ਕੰਗਨਾ ਰਣੌਤ ਜਿਹੜੀ ਆ ਵਾਰ-ਵਾਰ ਹੀ ਜਦੋਂ ਦਾ ਕਿਸਾਨ ਅੰਦੋਲਨ ਚੱਲ ਰਿਹਾ, ਕੰਗਨਾ ਰਣੌਤ ਜਿਹੜੀ ਆ ਉਹਨੇ ਇੱਕ ਸੌਂ ਹੀ ਲੱਗਦਾ ਖਾ ਲਈ ਆ ਕਿ ਬੋਲਣਾ ਆ ਜਦੋਂ ਤੇ ਬੋਲਣਾ ਹੀ ਇਹੋ ਜਿਹਾ ਜਿਵੇਂ ਹੁਣ ਪੰਜਾਬੀ ਅਸੀਂ ਕਹਾਵਤ ਬੋਲਦੇ ਆ ਕਿ ਮੁਰਦਾ ਬੋਲੇ ਤੇ ਕਫਨ ਪਾੜੇ। ਨਾਲ ਹੀ ਮੈਂ ਤੁਹਾਨੂੰ ਜਿਹੜੀ ਕੰਗਨਾ ਨੇ ਹੈਗੀ ਆ, ਤੁਹਾਨੂੰ ਦੱਸਦੇ ਕੰਗਨਾ ਨੇ ਜਿਹੜੀ ਬੁਨ ਥਰਗਾ ਉਸ ਨੂੰ ਵਿਗੜੀ ਹੋਈ ਛੋਕਰੀ ਦੱਸਿਆ। ਦੇਖੋ ਐਡੀ ਵੱਡੀ ਹਸਤੀ ਹੋਣ ਦੇ ਨਾਤੇ ਉਸਨੇ ਕਿਸਾਨਾਂ ਦੇ ਹੱਕ ਦੇ ਵਿੱਚ ਟਵੀਟ ਕੀਤਾ, ਉਸਨੇ ਕਿਸਾਨਾਂ ਦੀ ਗੱਲ ਕੀਤੀ ਹੈ ਤੇ ਸਾਡੇ ਕੀ ਕਰ ਰਿਹਾ, ਸਾਡੇ ਉਸ ਨੂੰ ਵਿਗੜੀ ਹੋਈ ਛੋਕਰੀ ਦੱਸ ਰਿਹਾ। ਤੇ ਨਾਲ ਹੀ ਹੈਰਿਸਾ ਨੂੰ ਵੀ ਜਿਹੜੀ ਰਿਹਾਨਾ ਨੂੰ ਵੀ ਨੈਸ਼ਨਲ ਮੀਡੀਆ ਹੁਣ ਜਦੋਂ ਰਿਹਾਨਾ ਨੇ ਗੱਲ ਚੁੱਕੀ ਹੈ ਨਾ, ਰਿਹਾਨਾ ਨੂੰ ਨੈਸ਼ਨਲ ਮੀਡੀਆ ਜਿਹੜਾ ਉਹ ਖਾਲਿਸਤਾਨੀ ਹੋਣ ਦਾ
ਇਲਜ਼ਾਮ ਸਿਰ ਤੇ ਤਾਜ ਸਜਾ ਦਿੱਤਾ ਗਿਆ ਉਸਦੇ, ਕਿਉਂਕਿ ਜਿਹੜਾ ਵੀ ਕਿਸਾਨਾਂ ਦੇ ਪੱਖ ਦੀ ਗੱਲ ਕਰਦਾ ਉਹ ਖਾਲਿਸਤਾਨੀ ਹੋ ਜਾਂਦਾ ਜੀ। ਇੱਥੇ ਜਿਹੜੀ ਨੈਸ਼ਨਲ ਮੀਡੀਆ ਉਹ ਬਹੁਤ ਜਿਹੜੀ ਵੱਡੀ ਚਾਲ ਚੱਲ ਕੇ ਲੋਕਾਂ ਦੇ ਮਨ ਦੇ ਵਿੱਚ ਅਸਲ ਵਿੱਚ ਜਿਹੜਾ ਪ੍ਰੋਪੇਗੈਂਡਾ ਹੈ ਉਹ ਨੈਸ਼ਨਲ ਮੀਡੀਆ ਹੀ ਕਰਦਾ ਪਿਆ, ਔਰ ਨੈਸ਼ਨਲ ਮੀਡੀਆ ਇਹ ਦਿਖਾ ਰਿਹਾ ਪੂਰੇ ਕਿਸਾਨ ਅੰਦੋਲਨ ਨੂੰ। ਜਦੋਂ ਦਾ ਅਸੀਂ ਦੇਖਦੇ ਹਾਂ ਕਦੇ ਤਾਂ ਗੱਲ ਹੁਣ ਮੋਦੀ ਭਗਤ ਜਿਹੜਾ ਨੈਸ਼ਨਲ ਮੀਡੀਆ ਇਸ ਟਾਈਮ ਮੋਦੀ ਭਗਤ ਬਣ ਰਿਹਾ, ਕਦੇ ਉਹ ਗੱਲ ਕਰਦਾ ਜੀ ਇਹ ਖਾਲਿਸਤਾਨੀ ਮੂਵਮੈਂਟ ਆ, ਕਦੇ ਕਹਿੰਦਾ ਜੀ ਇਹਨੂੰ ਪਾਕਿਸਤਾਨ ਚਲਾ ਰਿਹਾ, ਕਦੇ ਨੂੰ ਕਹਿ ਰਿਹਾ ਜੀ ਬਾਹਰੋਂ ਖਾਲਿਸਤਾਨੀ ਜਿਹੜੇ ਬੈਠੇ ਆ ਉਹ ਚਲਾ ਰਹੇ, ਕਦੇ ਕੁਛ। ਹੁਣ ਰਿਹਾਨਾ ਨੂੰ ਛੱਡਿਆ, ਪਰ ਕੌਮਾਂਤਰੀ ਪੱਧਰ ਦੇ ਉੱਤੇ ਜਿਹੜੀ ਖਿੱਲੀ ਇਸ ਟਾਈਮ ਮੋਦੀ ਹਕੂਮਤ ਦੀ ਉੱਡ ਰਹੀ ਆ, ਉਹਦੇ ਵਾਸਤੇ ਮੋਦੀ ਹਕੂਮਤ ਨੂੰ ਬੁਖਲਾਏ ਹੋਇਆ, ਉਹ ਸ਼ਰਮ ਆਉਣੀ ਚਾਹੀਦੀ ਆ। ਕਿਉਂਕਿ ਕੌਮਾਂਤਰੀ ਪੌਪ ਸਟਾਰ ਰਿਹਾਨਾ ਨੇ ਟਵੀਟ ਕਰਕੇ ਕਿਸਾਨੀ ਅੰਦੋਲਨ ਦਾ ਪੱਖ ਪੂਰਿਆ ਔਰ ਮੋਦੀ ਹਕੂਮਤ ਨੂੰ ਲਾਹਨਤ ਪਾਈ ਆ, ਜਿਹਨੂੰ ਵੇਖਦਿਆਂ ਹੋਇਆ ਅੰਤਰਰਾਸ਼ਟਰੀ ਪੱਧਰ ਦੇ ਬਹੁਤ ਸਾਰੀਆਂ ਹਸਤੀਆਂ ਨੇ ਵੀ ਉਹ ਟਵੀਟ ਜਿਹੜਾ ਹੈਗਾ ਜਵਾਬ ਦਿੱਤਾ ਔਰ ਹੱਕ ਦੇ ਵਿੱਚ ਆਏ ਆ ਔਰ ਹਕੂਮਤ ਨੂੰ ਲਾਹਨਤ ਪਾਈ ਆ। ਹੁਣ ਦੇਖੋ ਕਿੱਡੀ ਹੈਰਾਨੀ ਦੀ ਗੱਲ ਆ, ਦੇਸ਼ ਦੀ ਸੁਪਰੀਮ ਕੋਰਟ ਦੇ ਵੱਲੋਂ ਜਿਹੜੇ ਫੈਸਲੇ ਜਿਹੜੀ ਪਟੀਸ਼ਨਾਂ ਪਾਈਆਂ ਇਹਨਾਂ ਨੇ ਕਿ ਇਹਦਾ ਕੋਈ ਹੱਲ ਹੋਣਾ ਚਾਹੀਦਾ ਹੈਗਾ, ਔਰ ਖਾਸ ਤੌਰ ਤੇ ਜਿਹੜੀ ਅਸੀਂ ਗੱਲ ਕੀਤੀ ਸੀ ਕਿ ਟਰੈਕਟਰ ਪਰੇਡ ਦੇ ਬਾਰੇ ਚ ਉਹ ਪਟੀਸ਼ਨ ਦੇ ਮਾਮਲੇ ਚ ਵਾਪਸ ਲੈ ਕੇ ਖਿੱਲੀ ਉੱਡੀ। ਦੂਜੇ ਪੱਧਰ ਦੇ ਉੱਤੇ ਮੋਦੀ ਹਕੂਮਤ ਦੀ ਜਿਹੜੀ ਖਿੱਲੀ ਆ ਇਹ ਉੱਡੀ ਕਿ ਹੁਣ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਲੋਕ ਜਿਹੜੇ ਆ ਉਹ ਜਾਗਰੂਕ ਹੋਏ ਆ, ਉਹਨਾਂ ਨੂੰ ਪਤਾ ਲੱਗਿਆ ਕਿ ਜਿਹੜਾ ਇੰਨਾ ਲੰਮਾ ਅੰਦੋਲਨ ਇਹ ਦੇਸ਼ ਦੇ ਵਿੱਚ ਚੱਲਦਾ ਪਿਆ ਆ, ਸਾਡੀ ਜਿਹੜੀ ਹਕੂਮਤ ਆ ਉਹ ਬਿਲਕੁਲ ਚੁੱਪ ਬੈਠੀ ਸੀ ਵੀ ਜੇ ਕੰਨਾਂ ਦੇ ਉੱਤੇ ਮਾੜਾ ਜਾਂ ਕੁਝ ਬਹਿ ਜਾਏ ਨਾ, ਚਾਹੇ ਮੱਛਰ ਹੋ ਜੇ ਤੇ ਚਾਹੇ ਕੋਈ ਮਾੜੇ ਜਿਹੀ ਸੁਰਸਰ ਹੋਵੇ ਤੇ ਆਪਾਂ ਨੂੰ ਮਹਿਸੂਸ ਹੋਣ ਲੱਗ ਪੈਂਦੀ। ਤੇ ਮੈਨੂੰ ਲੱਗਦਾ ਮੋਦੀ ਇੰਨਾ ਘੋਗਲ ਕੰਨਾ ਬਣ ਗਿਆ ਕਿ ਉਹਦੇ ਤੇ ਜਮਾਂ ਵੀ ਜੂੰ ਨਹੀਂ ਸਰਕਰੀ, ਲੋਕ ਵਾਰ-ਵਾਰੀ ਕਰ ਰਹੇ ਆ, ਪਰ ਉਹਨੂੰ ਤਾਂ ਨਜ਼ਰ ਕਦੇ ਤਾਂ ਉਹਨੂੰ ਕ੍ਰਿਕਟ ਖਿਡਾਰੀ ਆ ਜਾਂਦੇ ਆ, ਉਹਨਾਂ ਦੇ ਬਾਰੇ ਉਹ ਟਵਿੱਟਰ ਤੇ ਲਿਖ ਸਕਦਾ, ਪਰ ਜਿਹੜੇ ਸਾਡੇ ਇੰਨੇ ਕਿਸਾਨ ਉੱਥੇ ਆਪਣੀ ਜਾਨ ਇਸ ਅੰਦੋਲਨ ਵਿੱਚ ਗਵਾ ਚੁੱਕੇ ਆ ਉਹਨਾਂ ਦੇ ਬਾਰੇ ਉਹਨੇ ਟਵਿੱਟਰ ਦੇ ਉੱਤੇ ਜਰਾ ਵੀ ਇੱਕ ਅੱਖਰ ਨਹੀਂ ਲਿਖਿਆਗਾ। ਹੈਰਾਨੀ ਆਉਂਦੀ ਹੈ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਆ ਕਿ ਉਹ ਦੇਸ਼ ਦੇ ਕਿਸਾਨਾਂ ਦਾ ਦੁਸ਼ਮਣ ਆ। ਬਣਾਉਣੇ ਚਾਹੀਦੇ ਪੁਲ ਉਹ ਸਾਰੀਆਂ ਜਾ ਰਹੀਆਂ ਨੇ ਕੰਧਾਂ। ਹੈਰਾਨੀ ਦੀ ਗੱਲ ਆ ਕਿਹੜੇ ਰਾਹ ਮੋਕਲੇ ਕੀਤੇ ਜਾ ਰਹੇ ਨੇ, ਰਾਹ ਸਾਵੇ ਪੱਧਰੇ ਹੋਣੇ ਚਾਹੀਦੇ। ਨਾਲ ਹੀ ਗੱਲ ਕਰਾਂਗੇ ਕਿ ਕਿਸਾਨ ਜਿਹੜੀ ਇੱਕ ਹੋਰ ਜਿਹੜਾ ਸਰਕਾਰ ਨੇ ਫਰਮਾਨ ਜਾਰੀ ਕਰ ਦਿੱਤਾ, ਨੋਟਿਸ ਭੇਜਿਆ ਗਿਆ, ਟਵਿੱਟਰ ਨੂੰ ਨੋਟਿਸ ਭੇਜਿਆ ਗਿਆ ਸਰਕਾਰ ਨੇ। ਨੋਟਿਸ ਕੀਤਾ ਤੁਹਾਨੂੰ ਦੱਸ ਦਿੰਦੇ ਕਿ ਨਸ਼ਲਕੁਸ਼ੀ ਹੈਸ਼ਟੈਗ ਮਾਮਲੇ ਦੇ ਵਿੱਚ ਨੋਟਿਸ ਭੇਜਿਆ ਗਿਆ ਟਵਿੱਟਰ ਨੂੰ। ਉਹਨਾਂ ਨੇ ਕਿਹਾ ਕਿ ਜੇ ਤੁਸੀਂ ਇਸ ਦੇ ਜਿਹੜਾ ਰਿਲੇਟਡ ਡਾਟਾ ਹੈ ਜਿਹੜਾ ਉਹ ਤੁਸੀਂ ਜਲਦੀ ਨਹੀਂ ਹਟਾਉਂਦੇ ਤਾਂ ਕਾਰਵਾਈ ਹੋਵੇਗੀ। ਦੇਖੋ ਕਿੰਨੀ ਕੋਝੀ ਹਰਕਤ ਆ ਕਿ ਅਸੀਂ ਆਪਣੇ ਵਿਚਾਰ ਵੀ ਹੁਣ ਨਹੀਂ ਰੱਖ ਸਕਦੇ ਸੋਸ਼ਲ ਮੀਡੀਆ ਤੇ, ਕਿਉਂਕਿ ਸਾਡੀ ਆਜ਼ਾਦੀ ਹੈ, ਸੰਵਿਧਾਨ ਨੇ ਸਾਨੂੰ ਆਜ਼ਾਦੀ ਦਿੱਤੀ ਹੈ ਸਾਡੇ ਵਿਚਾਰ ਰੱਖਣ ਦੀ, ਪਰ ਅਸੀਂ ਨਹੀਂ ਰੱਖ ਸਕਦੇ। ਕਿਉਂ? ਪਰ ਇੱਥੇ ਇੱਕ ਹਾਸੋਹੀਣੀ ਸਥਿਤੀ ਹੋਰ ਆਉਂਦੀ ਹੈ। ਕੱਲ ਜਿਵੇਂ ਆਪਾਂ ਦੇਖਿਆ ਕੰਡੇਲਾ ਦੇ ਵਿੱਚ ਜੀਂਦ ਵਿੱਚ ਮਹਾ ਪੰਚਾਇਤ ਹੋ ਰਹੀ ਸੀ, ਰਕੇਸ਼ ਟਕੈਤ ਹੋ ਰਹੀ, ਉੱਥੇ ਪੁੱਜੇ ਰਾਜੇਵਾਲ ਹੋਰੀ ਪੁੱਜੇ, ਇੰਨਾ ਵੱਡਾ ਇਕੱਠ ਆ। ਇੱਕ ਪਾਸੇ ਇਕੱਠ ਇੰਨੇ ਹੋ ਰਿਹਾ ਕਿ ਸਰਕਾਰ ਨੂੰ ਹੁਣ ਭਾਰੀ ਬਣੀ ਪਈ ਆ, ਦੂਸਰੇ ਪਾਸੇ ਇਦਾਂ ਦੀਆਂ ਹਰਕਤਾਂ। ਪਰ ਦੇਖੋ ਇਹ ਕਹਿ ਦਿੱਤਾ ਗਿਆ, ਅਸੀਂ ਦੇਖਿਆ ਹੁਣ ਕਿਲਿਆਂ ਨੂੰ ਝਾਤੀ ਮਾਰ ਲਈਏ, ਮੋਰਚੇ ਬਣਦੇ ਸੀ, ਕਿਲੇ ਬਣਦੇ ਸੀ, ਕਿਲੇ ਇਸ ਕਰਕੇ ਉਸਾਰੇ ਜਾਂਦੇ ਸੀ ਵੀ ਦੇਸ਼ ਦਾ ਜਿਹੜਾ ਰਾਜ ਆ ਉਹ ਸੁਰੱਖਿਅਤ ਰਹਿ ਸਕੇ। ਸਾਡੇ ਮੁਲਕ ਦੇ ਵਿੱਚ ਜਗ੍ਹਾ ਜਗ੍ਹਾ ਕਿਲੇ ਜਿਹੜੇ ਆ ਬਣੇ ਆ, ਦੁਨੀਆ ਵਿੱਚ ਕਿਲੇ ਬਣੇ ਆ, ਉਹ ਰਾਜੇ ਨੇ ਆਪਦੇ ਆਪ ਨੂੰ ਸੁਰੱਖਿਅਤ ਕਰਨ ਵਾਸਤੇ ਬਣਾਏ ਸੀ। ਹੁਣ ਮੋਦੀ ਕੰਧਾਂ ਉਸਾਰ ਰਿਹਾ, ਮੋਦੀ ਕਿੱਲ ਲਾ ਰਿਹਾ, ਮੋਦੀ ਬੈਰੀਕੇਡ ਪੱਕੇ ਕਰ ਰਿਹਾ, ਆਪਣੇ ਆਲੇ ਦੁਆਲੇ ਰਾਜੇ ਨੂੰ ਹੁਣ ਡਰ ਪੈ ਗਿਆ। ਹਕੂਮਤ ਦਾ ਜਿਹੜਾ ਹੈਗਾ ਆ ਉਹ ਰਾਜਾ, ਉਹਨੂੰ ਹੁਣ ਡਰ ਪੈ ਗਿਆ ਦੇਸ਼ ਦੇ ਰਾਜੇ ਨੂੰ ਕਿ ਹੁਣ ਮੈਨੂੰ ਲੱਗਦਾ ਹੈ ਵੀ ਚਾਰੇ ਪਾਸੋਂ ਘਿਰ ਗਿਆ ਆ ਤੇ ਕਿਸੇ ਤਰੀਕੇ ਆਪਦਾ ਬਚਾਅ ਕੀਤਾ ਜਾਵੇ। ਔਰ ਬਚਾਅ ਦੇ ਵਿੱਚ ਉਹ ਪੁਲਿਸ ਜਿਹੜੀ ਸੁਰੱਖਿਆ ਕਰਨੀ ਸੀ ਉਸ ਪੁਲਿਸ ਨੂੰ ਵਰਤ ਰਿਹਾ। ਇਸ ਵਰਤਨ ਦੇ ਨਾਲ ਨਾਲ ਇਹ ਹੋ ਰਿਹਾ ਕਿ ਰਕੇਸ਼ ਟਕੈਤ ਹੋਰਾਂ ਨੇ ਕੱਲ ਇਹ ਗੱਲ ਕੀਤੀ ਹੈ। ਉਹ ਕਹਿੰਦੇ ਆ ਬਿੱਲ ਵਾਪਸ ਮੰਗਣ ਵਾਲੇ ਜੇ ਗੱਦੀ ਵਾਪਸ ਮੰਗਣ ਲੱਗ ਗਏ ਤੇ ਫਿਰ ਕੀ ਬਣੂਗਾ। ਹੁਣ ਇੱਥੇ ਗੱਲ ਆ ਕਿ ਅੰਮ੍ਰਿਤਾ ਪ੍ਰੀਤਮ ਦੀ ਮੈਨੂੰ ਤੁੱਕ ਯਾਦ ਆਉਂਦੀ ਜਿਹਦੇ ਵਿੱਚ ਕਿਹਾ ਕਿ ਰਾਜਾ ਰਾਜ ਕਰਿੰਦਿਆ ਤੇਰੇ ਨਗਰੀ ਵਸਦੇ ਚੋਰ, ਇੱਥੇ ਭੁੱਖਾਂ ਖਾਣ ਕਿਸਾਨ ਨੂੰ ਕਣਕਾਂ ਨੂੰ ਖਾਂਦਾ ਢੋਰ। ਇੱਥੇ ਸਥਿਤੀ ਇਹ ਬਣੀ ਹੋਈ ਆ ਕਿ ਗੱਲ ਸੱਚਾਈ ਦੀ ਆ ਕਿ ਦੇਸ਼ ਵਿੱਚ ਹੋ ਕੀ ਰਿਹਾ, ਕਿਸਾਨ ਸੜਕਾਂ ਦੇ ਉੱਤੇ ਆ, ਮੋਦੀ ਹਕੂਮਤ ਜਮਾਂ ਚੁੱਪ ਬੈਠੀ ਹੈ। ਇਹ ਦੇਖੋ ਜੇ ਕਿਸਾਨਾਂ ਦੇ ਇਕੱਠ ਨਾਲ ਤਾਂ ਤੁਸੀਂ ਦੇਖਿਆ ਹੋਣਾ, ਇੱਕ ਕਲਿੱਪ ਦੇਖੀ ਹੋਣੀ, ਜੇ ਸਟੇਜ ਟੁੱਟ ਸਕਦੀ ਆ ਤਾਂ ਸਰਕਾਰਾਂ ਵੀ ਟੁੱਟ ਸਕਦੀਆਂ ਨੇ। ਕਹਿੰਦੇ ਆ ਕਿ ਸਟੇਜ ਜੇ ਟੁੱਟੀ ਆ ਤਾਂ ਉਹ ਲੋਕਾਂ ਦੇ ਇਕੱਠ ਨਾਲ, ਲੋਕਾਂ ਦੇ ਠਾਠਾਂ ਮਾਰਦੇ ਇਕੱਠ ਦੇ ਨਾਲ ਟੁੱਟੀ ਆ, ਉਸ ਨੂੰ ਮਜ਼ਾਕ ਨਾ ਬਣਾਇਆ ਜਾਵੇ, ਬਲਕਿ ਉਹ ਚੀਜ਼ ਨੂੰ ਇੱਕ ਪੋਜ਼ਿਟਿਵ ਪੱਖ ਦੇ ਵਿੱਚ ਲਿਆ ਜਾਵੇ ਕਿ ਜੇ ਇੰਨੀ ਭੀੜ ਦੇ ਨਾਲ, ਐਡੇ ਇਕੱਠ ਦੇ ਨਾਲ ਜੇ ਸਟੇਜ ਟੁੱਟ ਸਕਦੀ ਆ ਤਾਂ ਸਰਕਾਰਾਂ ਦੇ ਤਖਤ ਵੀ ਹਿੱਲ ਸਕਦੇ, ਇਹ ਤਖਤ ਵੀ ਤਿੜਕ ਸਕਦੇ ਆ। ਇੱਥੇ ਤਾਂ ਵੱਡੇ ਤੋਂ ਵੱਡੇ ਤਖਤ ਨਹੀਂ ਰਹਿ ਗਏ ਤੇ ਇਹ ਫਿਰ ਕਿਹੜੇ ਤਖਤਾਂ ਦੀ ਗੱਲ ਨਾਲੇ ਵੇਲੇ ਕਿੰਨੇ ਕੁ ਰਹਿ ਗਿਆ, ਕਿੰਨਾ ਕੁ ਚਿਰ ਕਿਤੇ ਨੇ ਬੈਠਾ ਰਹਿਣਾ। ਅੱਗੇ ਵੇਖਿਆ ਆ ਜਿਹਨੇ ਡਿਕਟੇਟਰਸ਼ਿਪ ਕੀਤੀ ਆ, ਜਿਹਨੇ ਤਾਨਾਸ਼ਾਹੀ ਕੀਤੀ ਆ ਦੁਨੀਆ ਵਿੱਚ, ਅਜੇ ਤੱਕ ਫਿਰ ਉਹਦਾ ਨਾਮੋ ਨਿਸ਼ਾਨ ਨਹੀਂ ਬਣ ਜਾ। ਸਾਰੀ ਉਮਰ ਇਤਿਹਾਸ ਇਸ ਗੱਲ ਦਾ ਗਵਾਹ ਬਣਦਾ ਤੇ ਅੱਜ ਵੀ ਇਤਿਹਾਸ ਅਸੀਂ ਪੜ੍ਹਦੇ ਆ ਰਹੇ ਹਾਂ, ਚਾਹੇ ਉਹ ਹਿਟਲਰ ਸੀ ਤੇ ਚਾਹੇ ਕੋਈ ਹੋਰ ਤਾਨਾਸ਼ਾਹ ਆਇਆ।
ਗੱਲ ਜਿਹੜੇ ਯੋਧੇ ਸੀ, ਜਿਹੜੇ ਜੇਤੂ ਸੀ, ਜਿਨ੍ਹਾਂ ਸੰਘਰਸ਼ ਲੜੇ, ਜਿਨ੍ਹਾਂ ਨੇ ਡਟ ਕੇ ਮੁਕਾਬਲੇ ਕੀਤੇ ਆ, ਉਹ ਹਮੇਸ਼ਾ ਇਤਿਹਾਸ ਦੇ ਹੀਰੋ ਰਹੇ ਆ। ਤਾਨਾਸ਼ਾਹੀ ਕਰਨ ਵਾਲਾ ਕਦੇ ਹੀਰੋ ਨਹੀਂ ਬਣ ਸਕਦਾ, ਹਮੇਸ਼ਾ ਵਿਲਨ ਹੀ ਬਣੂਗਾ। ਸਾਡੀਆਂ ਫਿਲਮਾਂ ਵੀ ਦੇਖੋ, ਵਿਲਨ ਤੇ ਹੀਰੋ ਦੇ ਵਿੱਚ ਫਰਕ ਕੀ ਹੁੰਦਾ। ਇਸ ਟਾਈਮ ਮੋਦੀ ਸਾਹਿਬ ਜਿਹੜਾ ਵਿਲਨ ਦਾ ਕਿਰਦਾਰ, ਵਿਲਨ ਤੇ ਹੀਰੋ ਦੀ ਗੱਲ ਇੱਕ ਇੱਥੇ ਮੈਂ ਜੁੜਦੀ ਹੋਰ ਵੀ ਕਰੂੰਗੀ ਕਿ ਸਾਡੇ ਜਿਹੜੇ ਹੁਣ ਜਿੰਨੇ ਵੀ ਭਾਵੇਂ ਸੰਸਦ ਹੋਵੇ, ਭਾਵੇਂ ਉਹ ਰਾਜ ਸਭਾ, ਜਿਹੜਾ ਵੀ ਹੋਵੇ, ਪਰ ਉੱਥੇ ਕਿਸਾਨੀ ਅੰਦੋਲਨ ਦੀ ਗੂੰਜ ਆ ਜਿਹੜੀ ਉਹ ਹੁੰਦੀ ਆ, ਸਰਕਾਰ ਘਿਰੀ ਜਾਂਦੀ ਆ। ਕੱਲ ਸੰਸਦ ਦੇ ਵਿੱਚ ਵੀ ਜੇ ਗੱਲ ਕਰੀਏ, ਜਿਹੜੀ ਵਿਰੋਧੀ ਧਿਰਾਂ ਦੇ ਵੱਲੋਂ ਸਰਕਾਰ ਨੂੰ ਘੇਰਿਆ ਗਿਆ, ਸਰਕਾਰ ਘਿਰੀ ਆ ਤੇ ਕਈ ਵਾਰ ਜਿਹੜੀ ਇਹ ਕਾਰਵਾਈ ਆ, ਸੰਸਦ ਦੀ ਕਾਰਵਾਈ ਆ, ਉਸ ਨੂੰ ਮੁਲਤਵੀ ਕੀਤਾ ਗਿਆ। ਬਿਲਕੁਲ 3-4 ਵਾਰੀ ਜਿਹੜੀ ਹੈ ਮੁਲਤਵੀ ਕੀਤੀ ਗਈ ਹੈ ਕਾਰਵਾਈ, ਤਾਂ ਕਿ ਜਿਹੜੀ ਗੱਲ ਸੱਚ ਦੀ ਆ ਉਹ ਨਾ ਕਹਿ ਸਕਣ, ਕਿਉਂਕਿ ਵਿਰੋਧੀ ਧਿਰਾਂ ਨੇ ਕੱਲ ਭਾਜਪਾ ਸਰਕਾਰ ਨੂੰ ਇਸ ਮੁੱਦੇ ਤੇ ਘੇਰਿਆ ਵੀ ਤੁਸੀਂ ਕਰ ਕੀ ਰਹੇ ਆ, ਤੁਹਾਨੂੰ ਇੰਨਾ ਲੰਮਾ ਅੰਦੋਲਨ ਚੱਲ ਰਿਹਾ, ਤੁਸੀਂ ਗੱਲ ਅਗਰ ਸੰਸਦ ਦਾ ਜਿਹੜਾ ਬਜਟ ਸੈਸ਼ਨ ਚੱਲ ਰਿਹਾ ਉਹਦੇ ਵਿੱਚ ਤੁਸੀਂ ਇਹ ਗੱਲ ਕਿਉਂ ਨਹੀਂ ਚੱਕ ਰਹੇ। ਕਿਸਾਨੀ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਹੈ, ਕਿਸਾਨ ਅੰਦੋਲਨ ਦੀ ਗੱਲ ਹੋਣੀ ਚਾਹੀਦੀ ਹੈ, ਉਹਦੇ ਹੱਲ ਦੀ ਗੱਲ ਹੋਣੀ ਚਾਹੀਦੀ ਹੈ, ਪਰ ਹੱਲ ਵਾਲੇ ਪਾਸੇ ਨਹੀਂ ਹੋ ਰਹੀ। ਔਰ ਸਰਕਾਰ ਜਿਹੜੀ ਆ ਉਹ ਆਪਦੀ ਜਿਹੜੀ ਖੁੱਤੀ ਆ ਉਹ ਬਚਾ ਰਹੀ ਆ, ਇਸ ਮਾਮਲੇ ਉੱਤੇ ਜਿਹੜੀ ਗੱਲ ਆ ਉਹ ਨਹੀਂ ਕਰ ਰਹੀ ਸਰਕਾਰ। ਪਰ ਇੱਥੇ ਇੱਕ ਗੱਲ ਮੈਂ ਨਾਲ ਜੋੜਨੀ ਕਹਿਣਾ ਚਾਹੂੰਗਾ ਕਿ ਗੁਲਾਮ ਨਬੀ ਆਜ਼ਾਦ ਜਿਹੜੇ ਕਾਂਗਰਸ ਦੇ ਸੀਨੀਅਰ ਬੁਲਾਰੇ ਵੀ ਆ, ਆਗੂ ਵੀ ਆ, ਉਹਨਾਂ ਨੇ ਕੱਲ ਇੱਕ ਵਾਰੀ ਫੇਰ ਬੜੀ ਸੋਹਣੀ ਗੱਲ ਹੋਈ ਆ ਕਿ ਪਗੜੀ ਸੰਭਾਲ ਜੱਟਾਂ ਦੀ ਗੂੰਜ ਜਿਹੜੀ ਆ ਸੰਸਦ ਵਿੱਚ ਪਈ ਆ। ਉਹਨਾਂ ਨੇ ਗੀਤ ਗਾਇਆ, ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ। 1907 ਵਿੱਚ ਵੀ ਪਗੜੀ ਸੰਭਾਲ ਜੱਟਾ ਸਰਦਾਰ ਕਿਸ਼ਨ ਸਿੰਘ ਹੋਰਾਂ ਨੇ ਗਾਇਆ ਸੀ ਤੇ ਅੰਗਰੇਜ਼ਾਂ ਨੂੰ ਝੁਕਣਾ ਪਿਆ ਸੀ। ਔਰ ਉਹਨਾਂ ਨੇ ਇੱਕ ਪਾਸੇ ਮੋਦੀ ਕਬੂਤਰ ਵਾਂਗੂ ਅੱਖਾਂ ਬੰਦ ਕਰਕੇ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਬੈਠਾ ਹੋਇਆ ਸੀ, ਔਰ ਸਾਹਮਣੇ ਗੁਲਾਮ ਨਬੀ ਆਜ਼ਾਦ ਡਟ ਕੇ ਕਹਿ ਰਹੇ ਸੀ ਕਿ ਮੈਂ ਪੜਿਆ 1907 ਵਾਲਾ ਅੰਦੋਲਨ ਦੇ ਵਿੱਚ ਬ੍ਰਿਟਿਸ਼ ਹਕੂਮਤ ਜਿਹਦੇ ਰਾਜ ਵਿੱਚ ਕਦੇ ਸੂਰਜ ਨਹੀਂ ਸੀ ਛੁਪਦਾ, ਉਸ ਹਕੂਮਤ ਦੇ ਰਾਜ ਦੇ ਵਿੱਚ 1907 ਵਿੱਚ ਸਰਦਾਰ ਅਜੀਤ ਸਿੰਘ ਹੋਰਾਂ ਨੇ ਜਿਹੜਾ ਇਹ ਅੰਦੋਲਨ ਚਲਾਇਆ। ਔਰ ਉਸ ਵੇਲੇ ਇੰਨੇ ਕਿਸਾਨ ਸੜਕਾਂ ਦੇ ਉੱਤੇ ਆਏ, 9 ਮਹੀਨੇ ਚੱਲੇ ਇਸ ਅੰਦੋਲਨ ਦੇ ਵਿੱਚ, ਅਖੀਰ ਤੇ ਅੰਗਰੇਜ਼ ਹਕੂਮਤ ਨੂੰ ਝੁਕਣਾ ਪਿਆ। ਫਿਰ ਮੋਦੀ ਦੀ ਇਹ ਹਕੂਮਤ ਕਿਉਂ ਨਹੀਂ ਝੁਕ ਰਹੀ, ਕਿਉਂ ਨਹੀਂ ਕਿਸਾਨ ਨਜ਼ਰ ਆ ਰਹੇ, ਕਿਉਂ ਨਹੀਂ 170 ਦੇ ਕਰੀਬ ਜਿਹੜੇ ਸ਼ਹੀਦ ਹੋਏ ਕਿਸਾਨ ਉਹ ਨਜ਼ਰ ਨਹੀਂ ਆ ਰਹੇ। ਮੋਦੀ ਹਕੂਮਤ ਵਾਰ-ਵਾਰ ਆਪਦੀ ਜਿੱਦ ਉੱਤੇ ਅੜੀ ਹੋਈ ਆ। ਜੇ ਅੰਗਰੇਜ਼ ਆਪਣੀ ਜਿੱਦ ਛੱਡ ਸਕਦੇ ਹੈਗੇ ਤੇ ਫਿਰ ਮੋਦੀ ਆਪਦੀ ਜਿੱਦ ਕਿਉਂ ਨਹੀਂ ਛੱਡ ਰਿਹਾ, ਇਸ ਮਾਮਲੇ ਤੇ ਆਉਣਾ ਚਾਹੀਦਾ। ਨਹੀਂ ਗੱਲ ਕਰਦੇ ਕਿ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਸਰਕਾਰ ਜਿਹੜੀ ਗੂੰਗੀ ਤੇ ਬੌਲੀ ਹੋ ਚੁੱਕੀ ਆ ਤੇ ਉਸ ਨੂੰ ਦਿਖ ਵੀ ਨਹੀਂ ਰਿਹਾ, ਕੁਝ ਸੁਣ ਵੀ ਨਹੀਂ ਰਿਹਾ ਤੇ ਕੁਝ ਬੋਲ ਵੀ ਨਹੀਂ ਰਹੀ। ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਆ ਕਿ ਕੱਲ ਜਿਹੜੀ ਸੰਸਦ ਦੇ ਵਿੱਚ ਇੱਕ ਭਾਜਪਾ ਦੇ ਲੀਡਰ ਨੇ ਬਿਆਨ ਜਾਰੀ ਕੀਤਾ ਜਿਹੜਾ ਸੁਣ ਕੇ ਹਾਸਾ ਵੀ ਆਉਂਦਾ ਹੈ ਕਿ ਸ਼ਾਇਦ ਸੱਚੀ ਜਿਹੜੀ ਗੱਲ ਆਪਾਂ ਕਹਿੰਦੇ ਆ ਨਾ ਕਿ ਸਰਕਾਰ ਜਿਹੜੀ ਅੰਨੀ ਬੌਲੀ ਹੋ ਚੁੱਕੀ, ਉਹ ਸੱਚੀ ਹੋ ਚੁੱਕੀ ਆ। ਕਿਉਂਕਿ ਉਹਨਾਂ ਨੇ ਕਿਹਾ ਕਿ ਜਿਹੜੀ ਵਿਦੇਸ਼ਾਂ ਦੀਆਂ ਸਰਕਾਰਾਂ ਨੇ ਉਹਨਾਂ ਵੱਲੋਂ ਇਸ ਕਿਸਾਨੀ ਜਿਹੜੇ ਬਿੱਲ ਆ, ਖੇਤੀ ਬਿੱਲ ਨੇ, ਉਹਨਾਂ ਦੇ ਖਿਲਾਫ ਨਹੀਂ ਬੋਲਿਆ ਗਿਆ। ਕੌਣ ਕਹਿੰਦਾ ਕਿ ਨਹੀਂ ਬੋਲਿਆ ਗਿਆ? ਸ਼ਾਇਦ ਉਹਨਾਂ ਨੇ ਟਰੂਡੋ ਸਾਹਿਬ ਦਾ ਬਿਆਨ ਨਹੀਂ ਸੁਣਿਆ ਬਿਲਕੁਲ ਨਹੀਂ। ਸ਼ਾਇਦ ਮੈਨੂੰ ਲੱਗਦਾ ਉਹਨਾਂ ਨੇ ਟਰੂਡੋ ਸਾਹਿਬ ਨੇ ਜਿਹੜੇ ਟਵੀਟ ਕੀਤੇ ਉਹ ਨਹੀਂ ਦੇਖੇ ਹੋਣੇ ਆ। ਮੈਨੂੰ ਲੱਗਦਾ ਕਿ ਜਿਹੜੀ ਕਮਲਾ ਹੈਰਿਸ ਦੀ ਭਤੀਜੀ ਨੇ ਜਿਹੜਾ ਉਹ ਕੀਤਾ ਆ, ਟਵੀਟ ਕੀਤਾ, ਉਹ ਨਹੀਂ ਦੇਖਿਆ ਹੋਣਾ। ਰਿਹਾਨਾ ਦਾ ਟਵੀਟ ਨਹੀਂ ਦੇਖਿਆ ਹੋਣਾ। ਜਿਹੜੇ ਕੌਮਾਂਤਰੀ ਪੱਧਰ ਤੇ ਏਡੇ ਲੋਕ ਬੈਠੇ ਆ ਉਹ ਪਾਗਲ ਨਹੀਂ ਹੈਗੇ, ਕੁਝ ਸੋਚ ਸਮਝ ਕੇ ਹੀ, ਚਾਹੇ ਭਾਵੇਂ ਪੰਜਾਬੀਆਂ ਦੀ ਗੱਲ ਉਹਨਾਂ ਨੂੰ ਨਾ ਸਮਝ ਆਉਂਦੀ ਹੋਵੇ, ਭਾਵੇਂ ਪੰਜਾਬੀਆਂ ਦੀ ਉਹਨਾਂ ਨੂੰ ਫੀਲਿੰਗਸ ਨਾ ਉਹ ਚੀਜ਼ ਨਾ ਪੰਜਾਬੀ ਨਾ ਸਮਝ ਆਉਂਦੀ ਹੋਵੇ, ਪਰ ਪੰਜਾਬੀਆਂ ਦੀ ਫੀਲਿੰਗਸ ਜਿਹੜੀਆਂ ਨੇ, ਭਾਵਨਾਵਾਂ ਨੇ, ਉਹ ਕੌਮਾਂਤਰੀ ਪੱਧਰ ਤੇ ਸਮਝੀਆਂ ਜਾ ਰਹੀਆਂ ਨੇ। ਪਰ ਸਾਡਾ ਮੋਦੀ ਸਾਹਿਬ ਨੇ ਨਾ ਸਾਡੇ ਉਹ ਨਹੀਂ ਸਮਝ ਰਹੇ। ਭਾਵੇਂ ਸਾਡੇ ਮਾਣਯੋਗ ਨੇ, ਪ੍ਰਧਾਨ ਮੰਤਰੀ ਨੇ, ਪਰ ਫਿਰ ਵੀ ਜਿਹੜਾ ਦਿਲੋਂ ਅੰਦਰੋਂ ਹੈਗਾ ਨਾ ਉਹ ਉਬਾਲਾ ਇੱਕ ਉੱਠਦਾ ਆ ਤੇ ਫਿਰ ਥੋੜਾ ਗੁੱਸਾ ਵੀ ਆਉਂਦਾ ਆ ਕਿ ਸਾਡੀ ਸਰਕਾਰ ਆ, ਸਾਡੇ ਵੱਲੋਂ ਬਣਾਈ ਗਈ ਆ, ਤਾਂ ਫਿਰ ਸਾਡੇ ਲਈ ਕੰਮ ਕਿਉਂ ਨਹੀਂ ਹੋ ਰਹੇ, ਸਾਡੀ ਗੱਲ ਕਿਉਂ ਨਹੀਂ ਸੁਣੀ ਜਾ ਰਹੀ। ਜੀ ਬਿਲਕੁਲ ਇਹ ਗੱਲ ਨੂੰ ਵਾਰ-ਵਾਰ ਦੁਹਰਾਇਆ ਜਾ ਰਿਹਾ ਹੈ ਕਿ ਮੋਦੀ ਸਾਹਿਬ ਜਿਹੜੇ ਆ ਉਹ ਕਿਉਂ ਨਹੀਂ ਸੁਣ ਰਹੇ, ਕਿਉਂਕਿ ਜਦੋਂ ਕੌਮਾਂਤਰੀ ਪੱਧਰ ਦੇ ਉੱਤੇ ਗੂੰਜ ਪੈ ਜਾਵੇ ਨਾ, ਤੇ ਜਦੋਂ ਗੂੰਜਾਂ ਕਹਿੰਦੇ ਅਸਮਾਨ ਗੂੰਜਾ ਦਿੰਦੀਆਂ ਨੇ, ਇਸ ਕਰਕੇ ਅਸਮਾਨ ਤੱਕ ਜਿਹੜੀ ਗੂੰਜ ਪਹੁੰਚੀ ਆ, ਕੌਮਾਂਤਰੀ ਪੱਧਰ ਤੇ ਜਿਹੜੀ ਗੂੰਜ ਪਈ ਹੈਗੀ ਆ ਕਿਸਾਨ ਅੰਦੋਲਨ ਦੇ ਬਾਰੇ ਵਿੱਚ, ਉਹ ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਕਰ ਰਹੀ ਆ। ਵੱਡੇ ਕਾਫਲੇ ਜਿਹੜੇ ਜਾ ਰਹੇ ਆ ਉਹਨੂੰ ਹੋਰ ਮਜ਼ਬੂਤ ਬਣਾਉਣਗੇ। ਖਾਸ ਪੰਚਾਇਤਾਂ ਦੇ ਫੈਸਲੇ ਜਿਹੜੇ ਆਏ ਆ ਵੱਡੇ ਪੱਧਰ ਦੇ ਉੱਤੇ, ਹਰਿਆਣੇ ਦੇ ਵਿੱਚੋਂ ਜਿਹੜੇ ਲੋਕ ਕੋਸ਼ਿਸ਼ਾਂ ਕਰ ਰਹੇ ਆ ਕਿ ਉੱਥੇ ਪੁੱਜੇ ਜਾਣ। ਹੁਣ ਪੂਰੇ ਦੇਸ਼ ਵਿੱਚ ਇੱਕ ਜਨ ਅੰਦੋਲਨ ਬਣ ਚੁੱਕਾ। ਇਸ ਜਨ ਅੰਦੋਲਨ ਦੇ ਬਾਵਜੂਦ ਵੀ ਜੇ ਕੇਂਦਰੀ ਹਕੂਮਤ ਨਹੀਂ ਜਾਗਦੀ ਤਾਂ ਬੜੇ ਅਫਸੋਸ ਦੀ ਗੱਲ ਹੈ ਕਿ ਹੁਣ ਤੱਕ ਮੰਤਰੀ ਤੌਰ ਦੇ ਉੱਤੇ ਵੀ
ਤੁਹਾਨੂੰ ਜਿਹੜੇ ਹੈਗੇ ਆ ਅੱਗੋਂ ਜੁੱਤੀਆਂ ਪੈਣੀਆਂ ਸ਼ੁਰੂ ਹੋ ਗਈਆਂ, ਫਿਰ ਵੀ ਤੁਸੀਂ ਨਹੀਂ ਕਿਸਾਨੀ ਅੰਦੋਲਨ ਦੇ ਪੱਖ ਵਿੱਚ ਕਰ ਰਹੇ, ਸਗੋਂ ਹੋਰ ਕੰਮਾਂ ਦੇ ਉੱਤੇ ਪੈਸਾ ਜਾਇਆ ਕਰ ਰਹੇ ਹੋ। ਤੁਸੀਂ ਉੱਤੇ ਕੰਧਾਂ ਉਸਾਰ ਰਹੇ ਹੋ, ਤੁਸੀਂ ਉੱਤੇ ਬੈਰੀਕੇਡ ਉਸਾਰ ਰਹੇ ਹੋ। ਕਾਸ਼ ਉਹ ਗੱਲ ਦੇ ਉੱਤੇ ਕਦੇ ਆਓ ਵੀ ਬਹਿ ਕੇ ਜਿਸ ਤਰੀਕੇ ਨਾਲ ਗੱਲ ਤਾਂ ਸੀ ਵੀ ਇਸ ਤਰੀਕੇ ਵੀ ਹੱਲ ਹੋ ਸਕਦਾ ਸੀ ਵੀ ਜੇ ਸੰਸਦ ਦੇ ਵਿੱਚ ਤੁਸੀਂ ਇਹ ਪਾਸ ਕਰ ਸਕਦੇ ਸੀ, ਰਾਸ਼ਟਰਪਤੀ ਕੋਲੋਂ ਪਾਸ ਕਰਵਾ ਸਕਦੇ ਸੀਗੇ ਇਹਨੂੰ ਐਲਾਨਣ ਤੋਂ ਬਾਅਦ, ਪਰ ਉਸ ਤੋਂ ਬਾਅਦ ਤੁਸੀਂ ਇਹ ਵੀ ਤਾਂ ਕਰ ਸਕਦੇ ਸੀ ਵੀ ਜਿਹੜੇ ਤਰੀਕੇ ਨਾਲ ਇਹਨੂੰ ਪੇਸ਼ ਕੀਤਾ ਉਸ ਤਰੀਕੇ ਨਾਲ ਉਹਨੂੰ ਰੱਦ ਕਰਵਾਉਣ ਵਾਲੇ ਮਾਮਲੇ ਵਿੱਚ ਤਾਂ ਆ ਸਕਦੇ ਹੋ। ਜੇ ਬਾਕੀ ਤਾਕਤ ਤੁਹਾਡੇ ਹੱਥ 'ਚ ਇਹਨੂੰ ਲਾਗੂ ਕਰਾਉਣ ਦੀ ਆ ਤੇ ਰੱਦ ਕਰਾਉਣ ਦੀ ਤਾਕਤ ਵੀ ਤਾਂ ਰੱਖੋ, ਉਸ ਹਿੰਮਤ ਨੂੰ ਪੈਦਾ ਕਰੋ ਜਦੋਂ ਲੱਗ ਰਿਹਾ। ਪਰ ਗੱਲ ਤਾਂ ਇਹ ਹੈ ਵੀ ਜਿਹਦੇ ਇਹ ਸਿਰਫ ਇਹਨਾਂ ਦੀ ਹਿੰਮਤ ਤਾਂ ਮੈਂ ਦੱਸ ਦਿੰਦੀ ਆ, ਇਹਨਾਂ ਦੀ ਹਿੰਮਤ ਕਿੱਥੇ ਤੱਕ ਜਿਹੜੀ ਕਾਇਮ ਹੈ, ਇਹਨਾਂ ਦੀ ਹਿੰਮਤ ਤਾਂ ਸਿਰਫ ਲਾਠੀ ਚਾਰਜ ਤੱਕ ਕਾਇਮ ਹੈ ਕਿ ਪੁਲਿਸ ਨੂੰ ਅੱਗੇ ਕਰਕੇ ਕਿਸਾਨ ਦੇ ਨਾਲ ਜਵਾਨ ਨੂੰ ਪੜਾ ਦਿਓ ਜੀ, ਇਹ ਇਹਨਾਂ ਦੀ ਹਿੰਮਤ ਹੈ। ਤੇ ਨਾਲ ਹੀ ਇੱਕ ਹੋਰ ਜਿਹੜੀ ਪੁਲਿਸ ਦੀ ਕਰਤੂਤ ਆ ਮੈਂ ਤੁਹਾਨੂੰ ਦੱਸ ਦਿੰਦੀ ਆ, ਜੰਤਰ ਮੰਤਰ ਤੇ ਕੈਂਡਲ ਮਾਰਚ ਕੱਢਿਆ ਜਾ ਰਿਹਾ ਸੀਗਾ ਵਿਦਿਆਰਥੀਆਂ ਦੇ ਵੱਲੋਂ ਕਿਸਾਨਾਂ ਦੇ ਪੱਖ ਦੇ ਵਿੱਚ, ਕਿਸਾਨਾਂ ਦੇ ਹੱਕ ਦੇ ਵਿੱਚ, ਪਰ ਉਹਨਾਂ ਨੂੰ ਰਸਤੇ ਦੇ ਵਿੱਚ ਹੀ ਰੋਕ ਦਿੱਤਾ ਗਿਆ। ਰੋਕਣ ਤਾਂ ਚਲੋ ਦੂਜੀ ਗੱਲ ਹੋ ਗਈ, ਪਰ ਰੋਕ ਤਾਂ ਲੈਂਦੇ, ਪਰ ਲਾਠੀ ਚਾਰਜ ਕਰਨ ਦੀ ਕੀ ਲੋੜ ਸੀ? ਬਿਲਕੁਲ ਲੋਕਤੰਤਰ ਦਾ ਘਾਣ ਹੋ ਰਿਹਾ। ਲਾਠੀ ਚਾਰਜ ਕੀਤਾ ਗਿਆ, ਕੁਝ ਵਿਦਿਆਰਥੀ, ਕੁਝ ਲੋਕ ਜਿਹੜੇ ਸੀ ਕੱਲ ਜੰਤਰ ਮੰਤਰ ਵਾਲੇ ਪਾਸੇ ਜਿਹੜੇ ਸੀਗੇ ਉਹ ਰੋਸ ਮਾਰਚ ਕੱਢ ਰਹੇ ਸੀ ਕਿਸਾਨੀ ਅੰਦੋਲਨ ਦੇ ਹੱਕ ਦੇ ਵਿੱਚ। ਸਰਕਾਰ ਦੇ ਖਿਲਾਫ ਇਹ ਰੋਸ ਮਾਰਚ ਹੋ ਰਿਹਾ ਸੀ। ਕਿਸਾਨਾਂ ਦੀ ਗੱਲ ਕਿਉਂ ਨਹੀਂ ਸੁਣੀ ਜਾ ਰਹੀ? ਦਿੱਲੀ ਦੇ ਵਿੱਚ ਜਾਗਰੂਕ ਲੋਕ ਬੈਠੇ ਆ। ਦਿੱਲੀ ਦੇ ਲੋਕ ਦੇ ਵਿੱਚ ਅਸੀਂ ਗੱਲ ਕਰੀ ਜਿਹੜੇ ਲੋਕ ਬੈਠੇ ਹੈਗੇ ਉਹਨਾਂ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਪੰਜਾਬੀ ਭਾਈਚਾਰਾ ਆ, ਸਮਝਦਾ ਆ। ਦਿੱਲੀ ਉਹਨਾਂ ਲੋਕਾਂ ਨਾਲ ਵਸੀ ਹੋਈ ਆ ਜਿਹੜੀਆਂ ਮਰੱਬੇ ਛੱਡ ਕੇ ਆਏ ਸੀ, ਜਿਹੜੇ ਜ਼ਮੀਨਾਂ ਛੱਡ ਕੇ ਆਏ ਸੀ ਵੰਡ ਵੇਲੇ, ਜਿਨ੍ਹਾਂ ਨੂੰ ਡਾਕਟਰ ਮਹਿੰਦਰ ਸਿੰਘ ਰੰਧਾਵਾ ਹੋਰਾਂ ਨੇ ਉੱਥੇ ਵਸਾਇਆ ਸੀਗਾ। ਕਹਿ ਸਕਦੇ ਹਾਂ ਕੱਲ ਰੰਧਾਵਾ ਸਾਹਿਬ ਦਾ ਜਨਮ ਦਿਨ ਸੀ, ਅਸੀਂ ਰੰਧਾਵਾ ਸਾਹਿਬ ਨੂੰ ਯਾਦ ਕੀਤਾ ਇਸ ਮਾਮਲੇ ਦੇ ਵਿੱਚ ਕਿ ਰੰਧਾਵਾ ਸਾਹਿਬ ਨੇ ਉਸ ਸਮੇਂ ਦਿੱਲੀ ਵਸਾਈ ਔਰ ਇੰਨੇ ਪੰਜਾਬੀ ਉੱਥੇ ਆ ਕੇ ਬੈਠੇ। ਉਹਨਾਂ ਪੰਜਾਬੀਆਂ ਦੇ ਅੰਦਰ ਅੱਜ ਵੀ ਤਾਂ ਉਹ ਪੰਜਾਬੀ ਖੂਨ ਹੈ, ਅੱਜ ਵੀ ਤਾਂ ਉਹਨਾਂ ਨਾਲ ਜੁੜੇ ਹੋਏ ਬਾਕੀ ਦਿੱਲੀ ਦੇ ਵਸਨੀਕ ਹੈ, ਉਹਨਾਂ ਦੇ ਅੰਦਰੋਂ ਇੱਕ ਦਰਦ ਜਾਗਿਆ ਕਿ ਅਸੀਂ ਰੋਸ ਮਾਰਚ ਕੱਢੀਏ ਜੰਤਰ ਮੰਤਰ ਤੱਕ। 144 ਧਾਰਾ ਦਾ ਮੁੱਦਾ ਬਣਾ ਕੇ ਉਹਨਾਂ ਦੇ ਉੱਤੇ ਲਾਠੀ ਚਾਰਜ ਕੀਤਾ। ਕਿਹੜੇ ਦੇਸ਼ ਦੀ ਹਕੂਮਤ ਕਹਿੰਦੀ ਆ ਕਿ ਆਪਣੇ ਹੀ ਲੋਕਾਂ ਦੇ ਨਾਲ ਵਿਤਕਰਾ ਦੁਸ਼ਮਣਾਂ ਵਾਲਾ ਕਰਨਾ ਸ਼ੁਰੂ ਕਰ ਦਿਓ? ਇਸ ਤਰ੍ਹਾਂ ਦੀ ਸਥਿਤੀ ਤਾਂ ਅਸੀਂ ਗੱਲ ਕਰਦੇ ਆ ਗਵਾਂਢੀ ਮੁਲਕਾਂ ਨਾਲ ਜਿਨ੍ਹਾਂ ਨੂੰ ਅਸੀਂ ਦੁਸ਼ਮਣ ਮੁਲਕ ਐਲਾਨੀ ਬੈਠੇ ਆ, ਅਸੀਂ ਤਾਂ ਉੱਥੇ ਵੀ ਇਹੋ ਜਿਹੇ ਬੈਰੀਕੇਡ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਕੰਧਾਂ ਨਹੀਂ ਉਸਾਰੀਆਂ, ਇਸ ਤਰੀਕੇ ਦੀਆਂ ਤਾਰਾਂ ਨਹੀਂ ਲਾਈਆਂ ਜਿਹੜੀਆਂ ਅਸੀਂ ਆਪਣੇ ਲੋਕਾਂ ਦੇ ਵਿੱਚ ਉਸਾਰੀਆਂ ਔਰ ਜਿਹੜੀ ਮਨਾਂ ਦੇ ਵਿੱਚ ਉਸਾਰੀ ਜਾ ਰਹੀ ਆ ਉਹਨੂੰ ਕੀ ਕਹਾਂਗੇ? ਦੂਜੇ ਪਾਸੇ ਇੱਕ ਹੋਰ ਗੱਲ ਅਸੀਂ ਕਰ ਲਈਏ ਕਿ ਦੀਪ ਸਿੱਧੂ ਹੁਣਾਂ ਦੇ ਮਾਮਲੇ ਦੀ ਗੱਲ ਕਰ ਲਈਏ। ਦੀਪ ਸਿੱਧੂ ਹੁਣਾਂ ਤੇ ਕੱਲ ਜਿਹੜਾ ਦਿੱਲੀ ਪੁਲਿਸ ਵੱਲੋਂ ਇੱਕ ਹੋਰ ਐਲਾਨ ਕਰ ਦਿੱਤਾ ਗਿਆ ਕਿ ਇਹਨਾਂ ਦੇ ਉੱਤੇ 1-1 ਲੱਖ ਰੁਪਇਆ ਜਿਹੜਾ ਆ ਉਹ ਇਨਾਮ ਰੱਖਿਆ ਕਿ ਜਿਹੜਾ ਇਹਨਾਂ ਨੂੰ ਕਿਸੇ ਤਰੀਕੇ ਨਾਲ ਦੱਸਣ ਗਿਆ, ਇਹਨਾਂ ਦੀ ਜਾਣਕਾਰੀ ਦੇਊਗਾ। ਉਹਨਾਂ ਦੀ ਜਿਹੜੀ ਵੀਡੀਓ ਹੁਣ ਤੱਕ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਜਾਂ ਸੀਸੀਟੀਵੀ ਦੇ ਵਿੱਚ ਜਿੱਥੇ ਵੀ ਉਹ ਨਜ਼ਰ ਆਇਆ, ਉਹਨਾਂ ਨੂੰ ਆਧਾਰ ਬਣਾ ਕੇ ਦੀਪ ਸਿੱਧੂ ਤੇ ਸਮੇਤ 4 ਜਣਿਆਂ ਤੇ 1-1 ਲੱਖ ਰੁਪਇਆ ਤੇ 4 ਹੋਰਾਂ ਦੇ ਉੱਤੇ 50-50 ਹਜ਼ਾਰ ਦਾ ਜਿਹੜਾ ਆ ਉਹ ਇਨਾਮ ਇਹਨਾਂ ਨੇ ਐਲਾਨਿਆ ਰੱਖਿਆ ਕਿ ਸਾਨੂੰ ਜਿਹੜੀ ਆ ਜਾਣਕਾਰੀ ਦਿੱਤੀ ਜਾਵੇ, ਕਿਉਂਕਿ ਇਹਨਾਂ ਨੇ ਹਿੰਸਕ ਕਾਰਵਾਈਆਂ 26 ਜਨਵਰੀ ਵਾਲੇ ਦਿਨ ਕਰਵਾਈਆਂ। ਇਹਨਾਂ ਨੇ ਦਿੱਲੀ ਦੇ ਲਾਲ ਕਿਲੇ ਦੇ ਉੱਤੇ ਜਿਹੜਾ ਝੰਡਾ ਖਾਲਿਸਤਾਨੀ ਝੰਡਾ ਉਹਨੂੰ ਕਹਿ ਕੇ ਕੌਮੀ ਝੰਡੇ ਨੂੰ ਇਸ ਤਰੀਕੇ ਨਾਲ ਜਿਹੜਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਦੀਪ ਸਿੱਧੂ ਔਰ ਉਹਦੇ ਸਾਥੀਆਂ ਨੂੰ ਜਲਦੀ ਤੋਂ ਜਲਦੀ ਜਿੱਥੇ ਵੀ ਉਹਦੀ ਪਛਾਣ ਦੱਸਣ ਬਾਰੇ ਜਾਣਕਾਰੀ ਦੇਣ ਬਾਰੇ ਜਿਹੜਾ ਇਹ ਐਲਾਨ ਕੀਤਾ। ਔਰ ਹੈਰਾਨੀ ਦੀ ਗੱਲ ਆ ਕਿ ਪੁਲਿਸ ਜਿਹੜੀ ਆ ਉਹਨੂੰ ਕਰਨਾ ਕੀ ਚਾਹੀਦੀ ਆ, ਉਹ ਕਿਹੜੇ ਮੁੱਦਿਆਂ ਦੇ ਉੱਤੇ ਕੰਮ ਕਰ ਰਹੀ ਆ ਔਰ ਕਿਹੜੇ ਪਾਸੇ ਨੂੰ ਮੂੜਾ ਜਿਹੜਾ ਆ ਪੁਲਿਸ ਪਾ ਚੁੱਕੀ ਆ। ਇਸ ਟਾਈਮ ਕਹਿ ਸਕਦਾ ਦੇਸ਼ ਵਿੱਚ ਦਿੱਲੀ ਪੁਲਿਸ ਜਿੰਨੀ ਬਦਨਾਮ ਹੋ ਚੁੱਕੀ ਆ, ਇਹਨਾਂ ਕੋਈ ਵੀ ਦੇਸ਼ ਦੇ ਵਿੱਚ ਜਿਹੜੀਆਂ ਸੁਰੱਖਿਆ ਜਿਹੜੀਆਂ ਏਜੰਸੀਆਂ ਦੀ ਗੱਲ ਕਰ ਲਈਏ ਜਾਂ ਦਿੱਲੀ ਬਾਕੀ ਡਿਫੈਂਸ ਦੀ ਗੱਲ ਕਰ ਲਈਏ, ਕੋਈ ਇੰਨਾ ਬਦਨਾਮ ਨਹੀਂ ਹੋਇਆ। ਔਰ ਦਿੱਲੀ ਪੁਲਿਸ ਨੇ ਆਪਣੀ ਪੂਰੀ ਕਿਰਕਰੀ ਜਿਹੜੀ ਇਸ ਮਾਮਲੇ ਵਿੱਚ ਕਰਾ ਲਈ ਹੈ। ਜੀ ਬਿਲਕੁਲ, ਜਿੰਨੀਆਂ ਵੀ ਹੁਣ ਤੱਕ ਗੱਲਾਂ ਸਾਹਮਣੇ ਆਈਆਂ ਨੇ, ਜਾਂ ਦਿੱਲੀ ਪੁਲਿਸ ਦੀਆਂ ਹੋਣ ਜਾਂ ਫਿਰ ਕੇਂਦਰ ਸਰਕਾਰ ਦੀਆਂ ਹੋਣ, ਕਈ ਬਿਆਨ ਤਾਂ ਹਾਸੋਹੀਣੇ ਸਾਹਮਣੇ ਆਉਂਦੇ ਨੇ ਕੇਂਦਰ ਸਰਕਾਰ ਦੇ ਵੀ, ਜਿਨ੍ਹਾਂ ਨੂੰ ਦੇਖ ਕੇ ਸੁਣ ਕੇ ਲੱਗਦਾ ਹੈ ਕਿ ਭਾਈ ਲੱਗਦਾ ਹੈ ਕਿ ਹਕੂਮਤ ਸੱਚੀ ਅੰਨੀ ਬੋਲੀ ਹੋ ਚੁੱਕੀ ਹੈ, ਉਹ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਹੈਗੀ, ਕਿਸਾਨਾਂ ਦੇ ਹੱਕ ਦੇ ਵਿੱਚ ਨਾ ਹੀ ਕੋਈ ਕਦੇ ਉਹ ਆਵੇਗੀ। ਤਾਂ ਕਿਸਾਨਾਂ ਨੂੰ ਸਮਝਣ ਦੇ ਨਾਲ ਜਿਹੜੀ ਉੱਥੇ ਬਹਿ ਕੇ ਧਰਨਾ ਪ੍ਰਦਰਸ਼ਨ ਕਰਨਾ ਚਾਹੀਦਾ, ਕਿਉਂਕਿ ਹੁਣ ਲੱਗਦਾ ਹੈ ਕਿ ਲੰਮਾ ਸਮਾਂ ਇਹ ਪ੍ਰਦਰਸ਼ਨ ਆ ਜਿਹੜਾ ਮੋਰਚਾ ਲਗਾ ਕੇ ਰੱਖਣਾ ਪਵੇਗਾ। ਸਰਕਾਰ ਤਾਈਓ ਸਰਕਾਰ ਦੇ ਕੰਨ ਤੇ ਜਿਹੜੀ ਜੂੰ ਸਰਕੇਗੀ ਜ਼ਰੂਰ ਕਿਸਾਨ, ਕਿਉਂਕਿ ਜੇ ਸਾਡੇ ਅੰਦਾਤਾ ਜਿਹੜੇ ਉੱਥੇ ਬੈਠੇ ਆ ਇੰਨੀ ਹੱਡ ਚੀਰਵੀਂ ਠੰਡ ਦੇ ਵਿੱਚ ਮੌਸਮ ਤਬਦੀਲ ਹੁੰਦਾ, ਕਦੇ ਮੀਂਹ ਵੀ ਆਉਂਦਾ, ਕਦੇ ਝੱਖੜ ਵੀ ਆਉਂਦਾ, ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਡਟ ਕੇ ਉੱਥੇ ਖੜੇ ਆ, ਤਾਂ ਫਿਰ ਸਰਕਾਰ ਨੂੰ ਸੁਣਨਾ ਹੀ ਪਵੇਗਾ, ਕਿਉਂਕਿ ਉਹ ਸਰਕਾਰ ਵੀ ਉਹਨਾਂ ਦੀ ਹੀ ਬਣਾਈ ਹੋਈ ਆ। ਤੇ ਹੁਣ ਮੈਨੂੰ ਲੱਗਦਾ ਹੈ ਕਿ ਦਰਸ਼ਕਾਂ ਤੋਂ ਇਜਾਜ਼ਤ ਜਿਹੜੀ ਲੈ ਲੈਣੀ ਚਾਹੀਦੀ ਆ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਕੱਲ ਫਿਰ ਇਸੇ ਪ੍ਰੋਗਰਾਮ ਦੇ ਵਿੱਚ ਆਪਾਂ ਜ਼ਰੂਰ ਪਹੁੰਚਾਂਗੇ, ਦਰਸ਼ਕਾਂ ਦੇ ਰੂਬਰੂ ਹੋਣ।
ਜੀ ਨਾਲ ਹੀ ਆਪਾਂ ਜਿਹੜੀ ਹੈਗੇ ਆ ਕਿ ਹੁਣ ਦਰਸ਼ਕਾਂ ਤੋਂ ਇਜਾਜ਼ਤ ਲੈ ਲੈਂਦੇ ਆ ਤੇ ਕੱਲ ਫੇਰ ਬਿਲਕੁਲ ਜੀ, ਕੱਲ ਇਸੇ ਵਕਤ ਫੇਰ ਇੱਕ ਵਾਰੀ ਹਾਜ਼ਰ ਹੋਵਾਂਗੇ ਕੁਝ ਨਵੀਆਂ ਖਬਰਾਂ ਦੇ ਨਾਲ, ਕੁਝ ਨਵੀਆਂ ਗੱਲਾਂ ਦੇ ਨਾਲ, ਕੁਝ ਦੀਨ ਦੁਨੀਆ ਦੀਆਂ ਉਹਨਾਂ ਗੱਲਾਂ ਦੇ ਨਾਲ ਜਿਨ੍ਹਾਂ ਦੇ ਬਾਰੇ ਅਸੀਂ ਤੁਹਾਨੂੰ ਹਰ ਰੋਜ਼ ਜਾਣੂ ਕਰਾਉਂਦੇ ਰਹਿੰਦੇ ਹਾਂ। ਸੋ ਉਦੋਂ ਤੱਕ ਲਈ ਦੇ ਆ ਗਿਆ ਉਸ ਨਾਰੇ ਦੇ ਨਾਲ ਅਸੀਂ ਆਪਣੀ ਗੱਲ ਖਤਮ ਕਰਦੇ ਹਾਂ, ਸਮਾਪਤ ਕਰਦੇ ਹਾਂ ਪ੍ਰੋਗਰਾਮ। ਕਿਸਾਨ ਏਕਤਾ ਜਿੰਦਾਬਾਦ।